ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਪਾਤਸ਼ਾਹ ਦਰਵੇਸ਼। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ ਵਗਰਨਾ ਜ਼ੌਕੇ ਚੁਨੀ ਆਮਦਨ ਨਮੂਦ ਮਰਾ। ਵਿੱਚ ਦੁਨੀਆ ਕਾਹੇ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਪਿਤਾ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਸਾਹਿਬ ਦੇ। ਪਿਤਾ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਸਾਹਿਬ ਦੇ। ਕਿਰਪਾ ਕਰਨੀ ਹਜ਼ੂਰ। ਆਪ ਦਾ ਪ੍ਰਕਾਸ਼ ਉਤਸਵ ਹੈ ਹਜ਼ੂਰ। एक घड़ी न मिलते तो कलयुग होता। नदर करो महाराज सवास सवास आप दी हजूरी विच निकले हजूर। किरपा करनी महाराज। आप दी प्रेम नाम दा सदका चढ़िया होया बोलिया पैज रखना अपने नाम की। वाहिगुरु जी का खालसा वाहिगुरु जी की फतेह। धन धन गुरु ग्रंथ साहब जी। आसा दी वार दी 12ਵੀਂ पौड़ी दे दर्शन असी कर रहे सी। दुख दारू सुख रोग पिया। ब्रह्म ज्ञान दे रस्तियां दी विचार गुरु नानक साहब गुरु अंगद साहब इस बाणी दे विच प्रगट करते हैं महाराज। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ 'ਤੇ ਇਸ ਬਾਣੀ 12ਵੀਂ ਪੌੜੀ ਦੀ ਵਿਚਾਰ ਅੱਗੇ ਵਧਾਵਾਂਗੇ। ਧਰਮ ਦੇ ਵਿੱਚ ਕਿਤਨਾ ਧੋਖਾ ਹੈ, ਕਿਤਨੀ ਉਲਝ ਗਈ ਹੈ ਦੁਨੀਆ। ਇਹੀ ਨਹੀਂ ਸਮਝ ਆ ਰਿਹਾ ਧਰਮ ਹੈ ਕਿ ਇਸ 'ਤੇ ਹੀ ਅਨੇਕਾਂ ਵਿਚਾਰਾਂ ਚੱਲਦੀਆਂ ਹਨ। ਵਿਚਾਰਾਂ ਚੱਲਦੀਆਂ ਹਨ, ਧਰਮ ਫਿਰ ਵੀ ਨਹੀਂ ਸਾਹਮਣੇ ਆਉਂਦਾ। ਗਿਆਨ ਦਾ ਕੀ ਮਕਸਦ ਹੈ ਮਹਾਰਾਜ। ਮਨ ਨੂੰ ਕਿਵੇਂ ਬੰਨਿਆ ਜਾਏ। ਇਹ ਮਨ ਵੇਵਰ ਕਰਦਾ ਹੈ ਹਜ਼ੂਰ। ਇਹਨੂੰ ਕਿਸ ਤਰ੍ਹਾਂ ਬੰਨਿਆ ਜਾਏ। ਮਹਾਰਾਜ ਸਮਝਾਉਂਦੇ ਹਨ ਸਾਨੂੰ ਕਿ ਪੜ੍ਹ ਕੇ ਵੀ ਕੀ ਕਰਨਾ ਹੈ ਔਰ ਅਨਪੜ੍ਹ ਵੀ ਕਿੱਥੇ ਜਾ ਸਕਦਾ ਹੈ। ਤਾਂ ਉਮੀ ਸਾਧ ਨਾ ਮਾਰੀ। ਇੰਨੀਆਂ ਵਿਚਾਰਾਂ ਹਜ਼ੂਰ ਨੇ ਪ੍ਰਗਟ ਕੀਤੀਆਂ ਹਨ। ਹਰ ਗੱਲ ਇੱਕ ਸਤੋਰੀ ਵਰਗੀ ਗੱਲ ਹੈ। ਮਨ ਨੂੰ ਅੰਤਰ ਵਿੱਚ ਜਾਣ ਲਈ ਪ੍ਰੇਰਿਤ ਕਰਦੀ ਹੈ। ਹਰ ਗੁਰੂ ਦਾ ਵਿਚਾਰ ਸਿੱਖ ਨੂੰ ਮਨ ਅਰਪਣ ਕਰਨ ਲਈ ਪ੍ਰੇਰਦਾ ਹੈ। ਆਪਣਾ ਮਨ ਵੇਚ ਦੇ, ਗੁਰੂ ਦੀ ਬਚਨ ਮਨ ਵਿੱਚ ਬਿਠਾ ਲਏ। ਸ਼ਬਦੰ ਗੁਰੂ ਦਾ ਸ਼ਬਦ ਦਾ ਅੰਤ ਧਰਮ ਦੀ ਕਮਾਈ ਹੈ ਮਹਾਰਾਜ। ਗੁਰੂ ਨੂੰ ਸ਼ਬਦ ਦੇ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਮਿਲਣਾ ਕਿਵੇਂ ਹੋਏਗਾ? ਅੱਖਾਂ ਨਾਲ ਨਹੀਂ ਹੋਏਗਾ ਹਜ਼ੂਰ। ਸਪਰਸ਼ ਕਰਨ ਨਾਲ ਵੀ ਨਹੀਂ ਹੋਏਗਾ। ਸ਼ਬਦ ਦੇ ਰਾਹੀਂ ਹੋਏਗਾ। ਗੁਰੂ ਦਾ ਸ਼ਬਦ ਮਨ ਵਿੱਚ ਵਸੇਗਾ ਔਰ ਉਸ ਤੋਂ ਮਨਨ ਵਿੱਚ ਉਤਰੇਗਾ ਮਨ। ਵਿਕ ਜਾਏਗਾ ਫਿਰ ਗੁਰੂ ਨੂੰ, ਫਿਰ ਇੱਕ ਮਨ ਹੋ ਜਾਏਗਾ। ਇਹੀ ਰਸਤਾ ਹੈ। ਇਹ ਰਸਤਾ ਹੈ ਚੜ੍ਹਨ ਦਾ। ਚੜ੍ਹੀਏ ਹੋਏ ਇੱਕ ਈਸ। ਗੁਰੂ ਨਾਨਕ ਸਾਹਿਬ ਆਏ ਹਨ। ਪਾਤਸ਼ਾਹ ਦਰਵੇਸ਼ ਵੀ ਫਿਰ ਪ੍ਰਕਾਸ਼ ਹੋਇਆ ਹੈ। ਅਸੀਂ ਕਾਹਦੇ ਲਈ ਆਏ ਹਾਂ? ਗੁਰੂ ਨੇ ਵਿਚਾਰ ਛੇੜੀ ਹੈ ਪਿੱਛੇ। ਵਿੱਚ ਦੁਨੀਆ ਕਾਹੇ ਆਇਆ। ਸਭ ਨੂੰ ਵਿਚਾਰਨਾ ਬਣਦਾ ਹੈ। ਮੈਂ ਕਿਉਂ ਆਇਆ ਹਾਂ ਇੱਥੇ?
ਇੱਕ ਜੀਵਨ ਜੋ ਮੈਂ ਅੱਖਾਂ ਨਾਲ ਦੇਖਦਾ ਹਾਂ, ਸਰੀਰ ਨਾਲ ਭੋਗਦਾ ਹਾਂ, ਸਰੀਰ ਨਾਲ ਬੰਧਨ ਬੰਨ੍ਹਦਾ ਹਾਂ। ਜੀਵਨ ਕਿੱਥੇ ਤੱਕ ਡੂੰਘਾ ਹੈ, ਇਹਨੂੰ ਵਿਚਾਰਨਾ ਸਾਰੇ ਸਭ ਨੂੰ ਬਣਦਾ ਹੈ ਮਹਾਰਾਜ। ਆਓ ਕੋਈ ਵੀਰ ਭੈਣ ਇਸ 12ਵੀਂ ਪੌੜੀ ਨੂੰ ਪੜ੍ਹ ਦਈਏ। ਗੁਰੂ ਪਾਤਸ਼ਾਹ ਦਰਵੇਸ਼ ਦਾ ਮਨ ਵਿੱਚ ਧਿਆਨ ਕਰਕੇ ਬਾਣੀ ਦੇ ਦਰਸ਼ਨ ਵਿੱਚ ਉਤਰੀਏ। ਕੀ ਪਤਾ ਹੈ ਹਜ਼ੂਰ ਕਦੋਂ ਮਿਲ ਜਾਣ। ਧੰਨਵਾਦ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋਂ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮੇ ਜੋਤ, ਜੋਤ ਮੇ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਮਹਿਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤਾ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪਿਓ। ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦਿਓ। ਮਹਿਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤਾ ਆਤਮਾ। ਆਤਮਾ ਵਾਸੁਦੇਵਸੈ, ਜੇ ਕੋ ਜਾਣੈ ਪਿਓ। ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦਿਓ। ਮਹਿਲਾ ਪਹਿਲਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਪੌੜੀ। ਪੜਿਆ ਹੋਵੈ ਗੁਨਹਗਾਰ, ਤਾਂ ਓਮੀ ਸਾਧ ਨ ਮਾਰੀਐ। ਜਿਹਾ ਘਾਲੇ ਘਾਲਣਾ, ਤੇ ਵੇਹੋ ਨਾਉ ਪਚਾਰੀਐ। ਐਸੀ ਕਲਾ ਨ ਖੇਡੀਐ, ਜਿਤ ਦਰਗਾਹ ਗਿਆ ਹਾਰੀਐ। ਪੜਿਆ ਅਤੈ ਓਮੀਆਂ, ਵਿਚਾਰ ਅਗੈ ਵਹਿਚਾਰੀਐ। ਮੂੰਹ ਚੱਲੈ ਸੋ ਅੱਗੇ ਮਾਰੀਐ, ਮੂੰਹ ਚੱਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ। ਵਾਹਿਗੁਰੂ ਜੀ। ਮੂੰਹ ਚੱਲੇ ਸੋ ਅੱਗੇ ਮਾਰੀਏ। ਬਿਨਾਂ ਗਿਆਨ ਹੋਏ ਜੀਵਨ ਦਾ ਅਸੀਂ ਅੱਗੇ ਜਾਵਾਂਗੇ ਤਾਂ ਗੁਰੂ ਕਹਿੰਦੇ ਹਨ ਉਹਦਾ ਅੰਤ ਚੰਗਾ ਨਹੀਂ ਬਣੇਗਾ। ਇੱਕ ਖੋਜ ਵਿੱਚ ਅਸੀਂ ਨਿਕਲੇ ਹਾਂ, ਭੁੱਲ ਗਏ ਹਾਂ ਕੀ ਖੋਜਣ ਨਿਕਲੇ ਹਾਂ। ਕੋਈ ਯਾਦ ਵੀ ਨਹੀਂ ਕਰਾਉਂਦਾ ਹੈ। ਰਸਤੇ 'ਚੋਂ ਅਸੀਂ ਰਾਹ ਦੀ ਚਮਕ ਦਮਕ ਵਿੱਚ ਹੋਰ ਭਟਕ ਗਏ ਹਾਂ। ਜਿੱਥੇ ਜ਼ਿਆਦਾ ਸ਼ੋਰ ਹੈ, ਜ਼ਿਆਦਾ ਪ੍ਰਕਾਸ਼ ਦਿਖਦਾ ਹੈ, ਉੱਥੇ ਜੀਵਨ ਟੁਰ ਜਾਂਦਾ ਹੈ। ਜੋ ਸਾਨੂੰ ਸਾਡਾ ਨਾਲ ਦਾ ਕਹਿੰਦਾ ਹੈ, ਵੱਡੇ ਕਹਿੰਦੇ ਹਨ, ਅਸੀਂ ਉਹੀ ਕਮਾਈ ਕਰਦੇ ਹਾਂ। ਕਿਸ ਨੂੰ ਪਤਾ ਹੈ ਜੀਵਨ ਦਾ ਅਸਲ ਤੱਤ ਕਿੱਥੇ ਛਿਪਿਆ ਹੈ? ਕਿਸ ਨੂੰ ਇਹ ਗਿਆਨ ਹੈ ਕਿ ਜੀਵਨ ਦਾ ਫੈਬਰਿਕ ਹੈ ਕੀ? ਇਹਦੀ ਨੌਲੇਜ ਦੇ ਬਿਨਾਂ ਅਸੀਂ ਜੀਵਨ ਬਾਰੇ ਸਾਰੇ ਡਿਸੀਜਨਸ ਲਈ ਜਾ ਰਹੇ ਹਾਂ, ਜੀਵਨ ਜੀਂਦੇ ਜਾ ਰਹੇ ਹਾਂ, ਪਰ ਸਾਨੂੰ ਗਿਆਨ ਹੀ ਨਹੀਂ ਜੀਵਨ ਕੀ ਹੈ ਤੇ ਇਹਦੇ ਰੈਪਰਕਸ਼ਨਸ ਅਸੀਂ ਹੀ ਭੋਗਾਂਗੇ। ਮੂੰਹ ਚੱਲੇ ਸੋ ਅੱਗੇ ਮਾਰੀਏ। ਬਿਨਾਂ ਗਿਆਨ ਹੋਏ ਜੀਵਨ ਜੀਵਾਂਗੇ ਤਾਂ ਸਾਨੂੰ ਅੱਗੇ ਮੌਤ ਹੀ ਦਿਖਦੀ ਹੈ। ਮਹਾਰਾਜ ਕਹਿੰਦੇ ਹਨ। ਗੁਰੂ ਸਾਨੂੰ ਜੀਵਨ ਬਾਰੇ ਬਹੁਤ ਕੁਝ ਸਮਝਾਉਂਦੇ ਆ ਰਹੇ ਹਨ। ਪਿੱਛੇ ਗੱਲ ਚਲਾਈ ਮਹਾਰਾਜ ਨੇ, ਵਿੱਚ ਦੁਨੀਆ ਕਾਹੇ ਆਇਆ, ਕਾਹਦੇ ਵਾਸਤੇ ਦੁਨੀਆ ਹੈ?
ਅਸੀਂ ਕਿਉਂ ਆਏ ਹਾਂ ਇੱਥੇ, ਇਹਦੀ ਬੈਸਟ ਆਪਸ਼ਨਸ ਕੀ ਹਨ। ਬਾਕੀਆਂ ਦੀ ਤੇ ਵਿਚਾਰ ਦੀ ਕੋਈ ਗੱਲ ਬਣਦੀ ਹੀ ਨਹੀਂ। ਜੀਵਨ ਜਾ ਕਿੱਧਰ ਰਿਹਾ ਹੈ ਮੇਰਾ, ਔਰ ਮੈਂ ਕਰਨਾ ਕੀ ਹੈ ਜੀਵਨ ਦੇ ਨਾਲ। ਮੈਨੂੰ ਸੁੱਖ ਔਰ ਦੁੱਖ ਦੇ ਇਸ ਗੇੜੇ ਦੇ ਵਿੱਚ ਮਨ ਮੇਰਾ ਉਲਝ ਗਿਆ ਹੈ। ਰੋਜ਼ ਸੁੱਖ ਨੂੰ ਲੱਭਣ ਨਿਕਲਦਾ ਹੈ, ਦੁੱਖ ਲੈ ਕੇ ਵਾਪਸ ਆ ਜਾਂਦਾ ਹੈ। ਆਸਾ ਦੇ ਵਿੱਚ ਹੀ ਜੀਵਨ ਚੱਲ ਰਿਹਾ ਹੈ। ਗੁਰੂ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ, ਆਸਾ ਮਾਹੇ ਨਿਰਾਸਾ। ਜਿਵੇਂ ਕਿ ਇਸ ਆਸਾ ਦੇ ਵਿੱਚ ਅਸਲ ਤੱਤ ਕੁਝ ਵੀ ਨਹੀਂ ਹੈ, ਇਸ ਐਕਸਪੈਕਟੇਸ਼ਨ ਦੇ ਵਿੱਚ ਕੁਝ ਵੀ ਨਹੀਂ ਹੈ। ਬੜੀ ਵੱਡੀ ਗੱਲ ਹੈ। ਕੀ ਮਤਲਬ ਹੈ ਮਹਾਰਾਜ? ਦਰਅਸਲ ਕਿਸੇ ਕੋਲ ਕੋਈ ਵਸਤੂ ਉਹਦੇ ਨਾਲ ਹੋਏ ਔਰ ਉਸ ਨੂੰ ਉਹ ਰੋਜ਼ ਨਿਕਲੇ ਔਰ ਨਿਰਾਸ਼ ਹੋ ਕੇ ਵਾਪਸ ਆਏ ਤਾਂ ਉਹਦਾ ਕੀ ਕਵਾਂਗੇ ਅਸੀਂ। ਵਸਤੂ ਮੇਰੇ ਨਾਲ ਹੈ, ਜਿੱਥੇ ਮੈਂ ਢੂੰਡਣੀ ਹੈ ਉੱਥੇ ਢੂੰਡਦਾ ਨਹੀਂ ਹਾਂ, ਪਰ ਰੋਜ਼ ਨਿਕਲ ਜਾਂਦਾ ਹਾਂ ਢੂੰਡਣ। ਕੀ ਕਵਾਂਗੇ ਮਹਾਰਾਜ? ਮੇਰਾ ਇਹੀ ਹਾਲ ਹੈ। ਗੁਰੂ ਨੇ ਕੁਝ ਬੁਨਿਆਦੀ ਗੱਲਾਂ ਜੀਵਨ ਬਾਰੇ ਸਮਝਾਈਆਂ ਹਨ। ਮਨ ਨੂੰ ਜਿੱਤ ਕੇ ਹੀ ਜੀਵਨ ਨੂੰ ਜਿੱਤਿਆ ਜਾ ਸਕਦਾ ਹੈ। ਸਭ ਕੁਝ ਕਮਾ ਲਈਏ ਜੀਵਨ ਵਿੱਚ, ਸਭ ਸੁੱਖ ਮਿਲ ਜਾਣ, ਮਨ ਨੂੰ ਨਹੀਂ ਜਿੱਤਿਆ ਤਾਂ ਇਹ ਜੀਵਨ ਦੁੱਖ ਬਣ ਜਾਏਗਾ। ਸੁੱਖ ਇੱਕ ਰੋਗ ਬਣ ਜਾਏਗਾ ਇਹੋ ਜਿਹਾ ਜੀਵਨ। ਔਰ ਜੀਵਨ ਦੇ ਦੁੱਖ ਵਿੱਚੋਂ ਅੰਤਰ ਜਾਣਾ ਸਿੱਖ ਲਈਏ ਤਾਂ ਅੱਗੇ ਦੇ ਦਰਵਾਜ਼ੇ ਖੁੱਲ ਜਾਣਗੇ। 12ਵੀਂ ਪੌੜੀ ਦੇ ਰਹਾਉ ਦੀ ਤੁਕ ਅਸੀਂ ਵਿਚਾਰ ਚੁੱਕੇ ਹਾਂ। ਕਹੋ ਨਾਨਕ ਕਰਤੇ ਕੀਆ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਰਤੇ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਕਰਦੇ ਪਏ ਹਨ। ਔਰ ਦੋਸ਼, ਅਗਰ ਮੈਂ ਉਹ ਸੁਣ ਨਾ ਪਾਵਾਂ, ਮਨ ਵਿੱਚ ਨਾ ਬਿਠਾ ਪਾਵਾਂ, ਤਾਂ ਇਹ ਪਾਸਿੰਗ ਫੇਜ਼ ਹੋ ਜਾਏਗਾ ਜੀਵਨ ਦਾ। ਪਰ ਅਗਰ ਮੈਂ ਇਹਨਾਂ ਗੱਲਾਂ ਨੂੰ ਮਨ ਵਿੱਚ ਬਿਠਾ ਲਵਾਂ, ਗੁਰੂ ਦੇ ਸ਼ਬਦ ਦੀ ਕਮਾਈ ਜਾਣ ਲਵਾਂ, ਜੀਵਨ ਪਲਟ ਜਾਏਗਾ ਮਹਾਰਾਜ। ਫਿਰ ਜੀਵਨ ਕੁਝ ਹੋਰ ਦਿਖੇਗਾ। ਪਤਝੜ ਕਦੇ ਨਹੀਂ ਆਏਗਾ। ਸ਼ੂਦਰ ਗੁਰੂ ਹਨ। ਕੋਈ ਗਿਆਨ ਨਹੀਂ ਹੈ, ਕਿਸੇ ਯੂਨੀਵਰਸਿਟੀ 'ਚ ਜਾ ਕੇ ਪੜ੍ਹੇ ਨਹੀਂ ਹਨ। ਭਗਤ ਰਵਿਦਾਸ ਇੱਕ ਇਹੋ ਜਿਹੀ ਸ਼ਬਦ ਦੀ ਵਿਚਾਰ ਛੇੜਦੇ ਹਨ ਜਿਹੜੇ ਮਨ ਨੂੰ ਹਿਲਾ ਦਿੰਦੀ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਇੱਕ ਇਹੋ ਜਿਹੀ ਸ਼ਹਿਰ ਦੀ ਗੱਲ ਕਰਦੇ ਹਨ ਜਿੱਥੇ ਗਮ ਨਹੀਂ ਹੈ, ਦੁੱਖ ਨਹੀਂ ਹੈ, ਅੰਦੋਹ ਬੇਚੈਨੀ ਨਹੀਂ ਹੈ, ਡਾਊਟ ਨਹੀਂ ਹੈ, ਲੌਸ ਨਹੀਂ ਹੈ। ਕਿਆ ਬਾਤ ਹੈ ਮਹਾਰਾਜ। ਪਤਝੜ ਵੀ ਕਦੇ ਨਹੀਂ ਹੈ, ਸਦਾ ਹੀ ਹਰਿਆਲੀ ਹੈ। ਇੱਕ ਮਿਹਰ ਵਸਦੀ ਹੈ ਕਹਿ ਰਹੇ ਹਨ ਉੱਥੇ। ਇੱਕ ਕਨੈਕਸ਼ਨ ਜਿਹਾ ਹੋਇਆ ਹੈ ਮਨ ਦਾ, ਇੱਕ ਐਸੇ ਕਰੰਟ ਨਾਲ ਜਿਹਦੇ 'ਚ ਕੋਈ ਵਿਘਨ ਨਹੀਂ ਪਾ ਸਕਦਾ। ਮਹਿਲ ਨਾ ਕੋ ਅਟਕਾਵੇ। ਇਸ ਦੁਨੀਆ ਵਿੱਚ ਅਟਕਾ ਸਕਦਾ ਹੈ ਕਿਉਂਕਿ ਫਿਜ਼ੀਕਲ ਦੁਨੀਆ ਹੈ, ਪਰ ਉਸ ਸ਼ਹਿਰ ਵਿੱਚ ਨਹੀਂ ਅਟਕਾ ਸਕਦਾ। ਅਗਰ ਵਿਚਾਰਿਆ ਜਾਏ ਤਾਂ ਇਹ ਸਭ ਬਾਣੀ ਜੋ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਹਨ, ਉਸ ਸ਼ਹਿਰ ਦੇ ਵੀਜ਼ਾ ਦੀ ਐਂਟਰੀ ਲੈਣ ਵਾਸਤੇ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਪੁਰ ਕਿਹਾ ਹੈ, ਗੁਰੂ ਨਾਨਕ ਸਾਹਿਬ ਨੇ ਸੱਚਖੰਡ ਕਿਹਾ ਹੈ, ਭਗਤ ਕਬੀਰ ਨੇ ਬੇਗਮਪੁਰਾ ਕਿਹਾ ਹੈ। ਉਸ ਨੂੰ ਭਗਤ ਰਵਿਦਾਸ, ਭਗਤ ਕਬੀਰ ਨੇ ਬੈਕੁੰਠ ਕਿਹਾ ਹੈ, ਭਗਤ ਰਵਿਦਾਸ ਉਸ ਨੂੰ ਬੇਗਮਪੁਰਾ ਕਹਿੰਦੇ ਹਨ। ਆਓ ਅੱਜ ਦੂਸਰੀ ਪਦਾ ਇਸ ਪੌੜੀ ਦਾ ਸ਼ਲੋਕ ਹੈ ਮਹਿਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ, ਖੱਤਰੀ ਸ਼ਬਦੰ ਸੂਦਰ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤੇ।
सर्व शब्दं एक शब्दं जिह को जाने पियो नानक ताका दास है सोई निरंजन देओ। शब्दं अर्थ वर्ड ਦਾ ਅਰਥ ਧਰਮ ਬਣਦਾ ਹੈ। ਇੱਥੇ ਇਹਨੂੰ ਵਿਚਾਰਨਾ ਜ਼ਰੂਰੀ ਬਣਦਾ ਹੈ। ਇੱਕ ਬਹੁਤ ਵੱਡੀ ਡਿਲੇਮਾ ਅੱਜ ਦੀ ਸੋਸਾਇਟੀ ਵਿੱਚ ਸਾਡੇ ਸਾਹਮਣੇ ਆਈ ਹੈ। ਸਾਡਾ ਮਨ ਡਿਵਾਈਡਡ ਹੈ ਔਰ ਡਿਵਾਈਡਡ ਮਨ ਡਿਵਿਸਿਵਨੈਸ ਹੀ ਲੱਭਦਾ ਰਹਿੰਦਾ ਹੈ। ਮਿਲਣ ਦੀ ਵਿਧੀਆਂ ਨਹੀਂ ਲੱਭਦਾ ਕਿਉਂਕਿ ਆਪ ਹੀ ਉਹ ਮਿਲਿਆ ਹੋਇਆ ਨਹੀਂ ਹੈ, ਟੁੱਟਿਆ ਹੋਇਆ ਹੈ। ਤਾਂ ਅਸੀਂ ਹਰ ਕਾਰਨ ਕਰਕੇ ਸੋਸਾਇਟੀ ਨੂੰ ਡਿਵਾਈਡ ਕਰਦੇ ਜਾਂਦੇ ਹਾਂ। ਉਸ ਦੇ ਮਿਲਣ ਦਾ ਯਤਨ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਆਪ ਹੀ ਰੋਗੀ ਹਾਂ, ਗ੍ਰਸਤ ਹਾਂ ਉਸ ਰੋਗ ਨਾਲ। ਮਨ ਦੁਫਾੜ ਹੋਇਆ ਹੈ, ਟੁੱਟਿਆ ਹੈ, ਕੌਨਫਲਿਕਟ ਵਿੱਚ ਹੈ। ਉਹੀ ਕੌਨਫਲਿਕਟ ਸੋਸਾਇਟੀ ਵਿੱਚ ਆ ਰਿਹਾ ਹੈ। ਗੁਰੂ ਨੇ ਇੱਥੇ ਧਰਮ ਦੀ ਇੱਕ ਗੱਲ ਸਾਨੂੰ ਸਮਝਾਈ ਹੈ। ਧਰਮ ਹੈ ਕੀ? ਲੈਟਿਨ ਵਿੱਚ ਇੱਕ ਵਰਡ ਹੈ ਰਿਲੀਜੀਓ। ਉਹ ਰੂਟ ਵਰਡ ਹੈ ਰਿਲੀਜਨ ਦਾ। ਹੁਣ ਅੱਜ ਦੀ ਸਮੇਂ ਵਿੱਚ ਅਗਰ ਇਸ ਸ਼ਬਦ ਨੂੰ ਅਸੀਂ ਵਿਚਾਰਾਂਗੇ ਤਾਂ ਇਸ ਸ਼ਬਦ ਦਾ ਅਰਥ ਲੈਟਿਨ ਵਿੱਚ ਇਹ ਲੱਭਦਾ ਹੈ ਰਿਸਪੈਕਟ ਆਫ ਸੈਂਸ ਆਫ ਰਾਈਟ। ਅਗਰ ਇਸ ਨੂੰ ਮੈਂ ਆਪਣੇ ਸ਼ਬਦਾਂ 'ਚ ਵਿਆਖਿਆ ਕਰਾਂ ਤਾਂ ਸੱਤ ਦਾ ਗਿਆਨ। ਪਰ ਇਹਨਾਂ ਟਰਾਂਸਲੇਸ਼ਨਸ ਵਿੱਚ ਹੀ ਬੜੇ ਮੀਨਿੰਗ ਗਵਾਚ ਜਾਂਦੇ ਹਨ। ਜੇ ਅਸੀਂ ਕਹਾਂਗੇ ਰਿਲੀਜਨ ਕੀ ਹੈ ਤਾਂ ਮਨ ਵਿੱਚ ਜਵਾਬ ਇਹੀ ਆਉਂਦਾ ਹੈ ਕ੍ਰਿਸਚੈਨਿਟੀ, ਇਸਲਾਮ, ਹਿੰਦੂਇਜ਼ਮ, ਸਿੱਖਿਜ਼ਮ, ਤਾਓਇਜ਼ਮ। ਇਹ ਇਜ਼ਮਸ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਮਨ। ਧਰਮ ਦੀ ਵਿਆਖਿਆ ਜਿਹੜੀ ਮਾਡਰਨ ਸੋਸਾਇਟੀ ਨੇ ਕੀਤੀ ਹੈ ਉਹ ਵੀ ਟੁੱਟੀ ਹੋਈ ਕੀਤੀ ਹੈ। ਉਹ ਇੱਕ ਹੋਰ ਕਾਰਨ ਬਣ ਗਿਆ ਡਿਵੀਜ਼ਨ ਦਾ ਸਾਡੀ ਸੋਸਾਇਟੀ ਦਾ। ਔਰ ਹੁਣ ਉਸ ਨੂੰ ਪੋਲੀਟਿਕਸ ਨੇ ਚੱਕ ਲਿਆ ਹੈ ਐਜ਼ ਏ ਟੂਲ। ਇਟਸ ਅ ਵੈਰੀ ਪਾਵਰਫੁਲ ਟੂਲ ਕਿਉਂਕਿ ਅਗਿਆਨ ਬਹੁਤ ਵੱਡਾ ਧੋਖਾ ਹੈ। ਸਭ ਤੋਂ ਵੱਡਾ ਪਾਪ ਅਗਰ ਦੁਨੀਆ ਵਿੱਚ ਹੈ ਤਾਂ ਜੀਵਨ ਦਾ ਅਗਿਆਨ ਹੈ। ਸਾਰੇ ਰੋਗ, ਸਾਰੇ ਦੁੱਖ, ਸਾਰੀ ਪਰੇਸ਼ਾਨੀਆਂ ਉਸ ਅਗਿਆਨ ਤੋਂ ਹੀ ਪਨਪ ਰਹੀਆਂ ਹਨ। ਸਾਨੂੰ ਗਿਆਨ ਨਹੀਂ ਹੈ ਜੀਵਨ ਹੈ ਕੀ, ਜੀਵਨ ਦਾ ਤੱਤ ਕੀ ਹੈ, ਮੂਲ ਕੀ ਹੈ ਜੀਵਨ ਦਾ, ਇਹ ਨਹੀਂ ਗਿਆਨ ਹੈ। ਨਾ ਅਸੀਂ ਉਸ ਵੱਲ ਚੱਲ ਰਹੇ ਹਾਂ, ਕਿਸੇ ਨੇ ਦੱਸਿਆ ਹੀ ਨਹੀਂ। ਸਕੂਲ 'ਚ ਪੜ੍ਹਾਇਆ, ਖਾਣੇ ਖਿਲਾਏ, ਯੂਨੀਵਰਸਿਟੀ 'ਚ ਗਏ, ਵਿਆਹ ਹੋਏ। ਕਿਸੇ ਨੇ ਇਹ ਨਹੀਂ ਦੱਸਿਆ ਜੀਵਨ ਦਾ ਤੱਤ ਕੀ ਹੈ। ਬਸ ਜੀਵਨ ਇੱਕ ਮੈਨੇਜਮੈਂਟ ਦੀ ਤਰ੍ਹਾਂ ਚੱਲਦਾ ਜਾ ਰਿਹਾ ਹੈ, ਵਨ ਸਿਚੁਏਸ਼ਨ ਟੂ ਅਨਦਰ। ਪਰ ਜਾ ਕਿੱਧਰ ਰਿਹਾ ਹੈ? ਅਗਰ ਇਸ ਤਰ੍ਹਾਂ ਵਿਚਾਰੋ ਤਾਂ ਜੀਵਨ ਇਜ਼ ਮੂਵਿੰਗ ਟੂਵਰਡਸ ਸਰਟਨ ਡੈਥ। ਫਿਰ ਪ੍ਰਸ਼ਨ ਉੱਠਦਾ ਹੈ ਮੌਤ ਦਾ ਕੀ ਜਵਾਬ ਹੈ? ਉੱਥੋਂ ਡਰ ਆਉਂਦਾ ਹੈ। ਫਿਰ ਉਸ ਡਰ ਦਾ ਮੈਂ ਕੀ ਕਰਦਾ ਹਾਂ? ਉਹਨੂੰ ਅਵੋਇਡ ਕਰਦਾ ਹਾਂ। ਡਰ ਔਰ ਭੈ ਇਹ ਦੋ ਰਿਫਲੈਕਸ਼ਨਸ ਹਨ ਡੈਥ ਦੀਆਂ। ਡਰ, ਭੈ ਇੱਕੋ ਹੀ ਰਿਫਲੈਕਸ਼ਨ ਹੈ। ਡਰ ਦੇ ਵਿੱਚ, ਇਸ ਭੈ ਦੇ ਵਿੱਚ ਮੈਂ ਜੀਵਨ ਨੂੰ ਕੀ ਸਮਝਾਂ, ਇਹਨੂੰ ਮੈਂ ਅਵੋਇਡ ਕਰਦਾ ਹਾਂ ਸਬਜੈਕਟ ਨੂੰ। ਔਰ ਮੇਰਾ ਸਾਰਾ ਲਾਈਫ ਸਟਾਈਲ ਇਸੇ 'ਤੇ ਆਧਾਰਿਤ ਹੈ ਕਿ ਇਸ ਨੂੰ ਅਵੋਇਡ ਕਰਨਾ ਹੈ। ਦੋ ਗੱਲਾਂ ਮੌਤ ਤੋਂ ਸਮਝ ਆਉਂਦੀਆਂ ਹਨ ਕਿ ਜੀਵਨ ਸਦਾ ਲਈ ਨਹੀਂ ਹੈ, ਔਰ ਦੂਸਰਾ ਡਰ ਆਧਾਰ ਹੈ ਜੀਵਨ ਦਾ। ਪਰ ਇਸ ਭੈ ਨੂੰ ਭਾਵ ਬਣਾਇਆ ਜਾ ਸਕਦਾ ਹੈ। ਫੀਅਰ ਕੈਨ ਬੀ ਕਨਵਰਟਿਡ ਟੂ ਲਵ। ਇਹ ਰਿਲੀਜਨ ਦੀ ਜਿਹੜੀ ਗੱਲ ਗੁਰੂ ਨੇ ਅੱਜ ਛੇੜੀ ਹੈ, ਉਹੀ ਗੱਲ ਅੱਜ ਇੰਡੀਅਨ ਸੋਸਾਇਟੀ ਬਾਰੇ ਗੁਰੂ ਚਲਾ ਰਹੇ ਹਨ, ਜਿਹਦੇ 'ਚ ਮਹਾਰਾਜ ਕਹਿੰਦੇ ਹਨ ਯੋਗ ਸ਼ਬਦੰ ਗਿਆਨ ਸ਼ਬਦੰ। ਜੋਗੀ ਦਾ ਧਰਮ ਹੈ ਗਿਆਨ ਲੈਣਾ। ਸ਼ਬਦੰ ਅਰਥ ਦਾ ਅਗਰ ਰੂਟ ਐਨਾਲਿਸਿਸ ਮੈਂ ਸੋਚਾਂ ਆਪਣੇ ਵਿਚਾਰ ਵਿੱਚ ਤਾਂ ਗੁਰੂ
ਦੇ ਜੀਵਨ, ਗੁਰੂ ਦੇ ਸ਼ਬਦ ਨੂੰ ਕਮਾਉਣਾ ਧਰਮ ਹੈ ਮੇਰਾ। ਜੋ ਗੁਰੂ ਕਹੇਗਾ ਅਗਰ ਮੈਂ ਮਨ ਵਿੱਚੋਂ ਕਮਾਵਾਂਗਾ ਤਾਂ ਉਹ ਮੇਰਾ ਧਰਮ ਬਣਦਾ ਹੈ। ਅਗਰ ਮੈਂ ਸਿੱਖ ਹਾਂ ਗੁਰੂ ਦਾ, ਕਿਸੇ ਵੀ ਗੁਰੂ ਦਾ ਹੋਵਾਂ, ਤਾਂ ਇੱਥੋਂ ਰੂਟ ਬਣਦਾ ਹੈ ਸ਼ਬਦੰ ਧਰਮ। ਤਾਂ ਜੋਗੀਆਂ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ। ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣੇ। ਬ੍ਰਾਹਮਣ ਦਾ ਧਰਮ ਹੈ ਵੇਦ ਦਾ ਗਿਆਤਾ ਹੋਣਾ। ਇਹ ਰੋਲਸ ਸੋਸਾਇਟੀ ਨੇ ਡਿਵਾਈਡ ਕੀਤੇ ਹਨ, ਆਪਣੇ ਆਪ ਡਿਫਾਈਨ ਕਰ ਲਏ ਹਨ। ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀ ਦਾ ਅਰਥ ਹੈ ਜੋ ਸੂਰਵੀਰਤਾ, ਜੰਗ ਦੇ ਮੈਦਾਨ ਵਿੱਚ ਖੱਤਰੀ ਦਾ ਰੋਲ ਬਣਦਾ ਹੈ। ਖੱਤਰੀ ਸ਼ਬਦੰ, ਉਹ ਸੂਰਮਾ ਬਣਨਾ, ਇਹ ਉਹਦਾ ਧਰਮ ਬਣਦਾ ਹੈ। ਇਹ ਡਿਵਾਈਡ ਕੀਤਾ ਹੈ ਰੋਲ ਸੁਸਾਇਟੀ ਨੇ। ਔਰ ਸ਼ੂਦਰ ਸ਼ਬਦੰ ਪ੍ਰਾਕ੍ਰਿਤੇ। ਪਰਾਏ ਦਾ ਕਰਮ ਕਰਨਾ ਸ਼ੂਦਰ ਹੈ, ਸ਼ੂਦਰ ਦਾ ਰੋਲ ਹੈ, ਸ਼ੂਦਰ ਦਾ ਧਰਮ ਹੈ। ਇਹ ਡਿਫਾਈਨਡ ਹੈ ਇਨ ਸੁਸਾਇਟੀ। ਪਰ ਗੁਰੂ ਕਹਿੰਦੇ ਹਨ ਧਰਮ ਦੀ ਗੱਲ ਗਲਤ ਤਰੀਕੇ ਨਾਲ ਅਸੀਂ ਪੇਸ਼ ਕਰ ਰਹੇ ਹਾਂ, ਔਰ ਇਸ ਨਾਲ ਅਸੀਂ ਦੁੱਖ ਵੀ ਦੇ ਰਹੇ ਹਾਂ ਸੁਸਾਇਟੀ ਦੇ ਸਭ ਲੋਕਾਂ ਨੂੰ। ਆਲਮਾ ਇਕਬਾਲ ਕਹਿੰਦਾ ਹੈ, ਆ ਸ਼ੂਦਰ ਕੇ लिए हिंदुस्तान गमखाना है, दर्द ईसानी से इस बस्ती का दिल बेगाना है। ਸ਼ੂਦਰ ਨੂੰ ਕਿੱਧਰ ਬਣਾ ਦਿੱਤਾ ਸੀ। ਉਹ ਇਨਸਾਨ ਦੀ ਰਗ ਹੈ, ਜੂਨ ਹੈ। ਇੱਕ ਹੀ ਰੱਬ ਤੋਂ ਅਸੀਂ ਸਭ ਬਣੇ ਹਾਂ। ਤਾਂ ਅਸੀਂ ਇਸ ਧਰਮ ਨੂੰ ਕਿਸ ਤਰ੍ਹਾਂ ਵਰਤ ਰਹੇ ਹਾਂ? ਦਰਅਸਲ ਇਹਦਾ ਰੂਟ ਕਾਜ਼ ਕਿੱਥੇ ਹੈ? ਇਹੋ ਜੀ ਸੁਸਾਇਟੀ ਦੀ ਡਿਵਿਸਿਵਨੈਸ ਦਾ ਰੂਟ ਕਾਜ਼ ਕਿੱਥੇ ਹੈ? ਰੂਟ ਕਾਜ਼ ਮੇਰੇ ਮਨ ਦੇ ਰੋਗ ਦੇ ਵਿੱਚ ਹੀ ਹੈ। ਮੈਂ ਜਦੋਂ ਜੀਵਨ ਦੇ ਅਗਿਆਨਤਾ ਵਿੱਚ ਮਨ ਦੇ ਵਿੱਚ ਛਿਪੇ ਹੋਏ ਸੱਤ ਨੂੰ ਔਰ ਉਹਦੇ ਮੂਲ ਵੱਲ ਨਹੀਂ ਜੀਵਨ ਨੂੰ ਲਿਜਾਂਦਾ, ਤਾਂ ਮੇਰੇ ਕੋਲ ਫਿਰ ਬਾਹਰਲੇ ਸੁੱਖ ਲੱਭਣ ਦੀ ਹੀ ਆਪਸ਼ਨ ਰਹਿ ਜਾਂਦੀ ਹੈ। ਔਰ ਉਹਦੇ ਵਿੱਚ ਫਿਰ ਮਾਡਰਨ ਸੁਸਾਇਟੀ ਕਹਿੰਦੀ ਹੈ ਕਿ ਜਾਂ ਤਾਂ ਸੈਡਿਸਟ ਹੋਏਗਾ ਜਾਂ ਮੈਸੋਚਿਸਟ ਹੋਏਗਾ। ਇਹ ਦੋ ਹੀ ਆਪਸ਼ਨਸ ਦੇ ਰਹੇ ਹੋ। ਦੇਖਿਓ ਇਹ ਕਿਤਨਾ ਵੱਡਾ ਰੋਗ ਹੈ। ਫਰੋਇਡ ਨੇ ਕਿਹਾ ਹੈ ਕਿ ਜਾਂ ਇਨਸਾਨ ਦੂਸਰੇ ਨੂੰ ਦੁੱਖ ਦੇਗਾ ਜਾਂ ਆਪਣੇ ਆਪ ਨੂੰ ਦੁੱਖ ਦੇਗਾ, ਹੋਰ ਕੋਈ ਤੀਜਾ ਰਾਹ ਨਹੀਂ ਹੈ। ਤਾਂ ਇਹਦਾ ਮਤਲਬ ਆਧਾਰ ਮਾਡਰਨ ਸਾਈਕੋਲੋਜੀ ਕਿਸ ਗੱਲ ਨੂੰ ਮੰਨ ਰਹੀ ਹੈ ਕਿ ਦੁੱਖ ਹੀ ਜੀਵਨ ਦਾ ਫਾਊਂਡੇਸ਼ਨ ਹੈ। ਤਾਂ ਇੱਥੇ ਅਸੀਂ ਅਗਰ ਦੇਖੀਏ ਤਾਂ ਇਹ ਸੈਡਿਜ਼ਮ ਇਹਦੇ 'ਚ ਇਨਬਿਲਟ ਹੈ। ਜਦੋਂ ਉਹਦੀ ਸੁਸਾਇਟੀ ਨੂੰ ਡਿਵਾਈਡ ਕਰਦੇ ਹਾਂ, ਇੱਕ ਤਬਕਾ ਕਹਿੰਦਾ ਹੈ ਦੂਸਰੇ ਨੂੰ ਕਿ ਤੂੰ ਸ਼ੂਦਰ ਹੈ, ਤੂੰ ਮੇਰੀ ਸੇਵਾ ਵਿੱਚ ਲੱਗੇਗਾ, ਤੇਰਾ ਧਰਮ ਹੀ ਇਹ ਹੈ, ਔਰ ਉਸ ਨੂੰ ਟੌਰਚਰ ਕਰਨ ਵਿੱਚ ਮੈਨੂੰ ਸੁੱਖ ਮਿਲਦਾ ਹੈ। ਇਹ ਸੈਡਿਜ਼ਮ ਹੈ। ਤਾਂ ਮੈਂ ਆਪਣੇ ਮਨ ਦਾ ਸੁੱਖ ਨਾ ਜਾਣ ਕੇ, ਮਨ ਨੂੰ ਨਾ ਜਾਣ ਕੇ, ਮਨ ਜੀਤੇ ਜਗ ਜੀਤ, ਇਹੀ ਮੇਰਾ ਰੋਗ ਹੈ ਕਿ ਮੈਂ ਮਨ ਨੂੰ ਜਾਣਦਾ ਹੀ ਨਹੀਂ ਹਾਂ ਮਹਾਰਾਜ। ਮੈਂ ਆਪਣੇ ਮਨ ਨੂੰ ਨਹੀਂ ਜਾਣਿਆ। ਇਸ ਅਗਿਆਨਤਾ ਦੇ ਵਿੱਚ ਅਸੀਂ ਸਾਰੇ ਗ੍ਰਸਤ ਹਾਂ, ਅਸੀਂ ਸਾਰੇ ਫਸ ਗਏ ਹਾਂ ਇਹਦੇ ਵਿੱਚ। ਪਰ ਜਿਹੜਾ ਗਿਆਨ ਰੱਖਦਾ ਹੈ ਜੀਵਨ ਬਾਰੇ, ਜਿਸ ਨੂੰ ਪ੍ਰਗਟ ਹੈ ਸਤ ਜੀਵਨ ਦਾ, ਉਸਨੇ ਤਾਂ ਗੱਲ ਹੀ ਹੋਰ ਤਰ੍ਹਾਂ ਚਲਾਈ ਹੈ। ਉਹ ਤਾਂ ਸ਼ੁਰੂ ਤੋਂ ਹੀ ਇੱਕ ਨਿਰਾਲੀ ਚਾਲ ਚੱਲ ਰਿਹਾ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਦੀ ਸਤੋਰੀ ਹੀ ਚੱਲ ਰਹੀ ਹੈ। ਉਹ ਤਾਂ ਇੱਕ ਇਹੋ ਜਿਹੀ ਮਸਤ ਉਡਾਰੀ 'ਚ ਹੈ ਕਿ ਜੀਵਨ ਤਾਂ ਆਨੰਦ ਹੀ ਦਿਖ ਰਿਹਾ ਹੈ। ਜਦੋਂ ਜੀਵਨ ਆਨੰਦ ਦਿਖੇਗਾ ਤਾਂ ਮੈਂ ਕਿਸੇ ਨੂੰ ਦੁੱਖ ਕਿਵੇਂ ਦੇ ਪਾਵਾਂਗਾ? ਸੈਡਿਜ਼ਮ ਆਪਸ਼ਨ ਨਹੀਂ ਰਹਿੰਦੀ, ਮੈਸੋਚਿਜ਼ਮ ਵੀ ਆਪਸ਼ਨ ਨਹੀਂ ਰਹਿੰਦੀ। ਨਾ ਮੈਂ ਆਪਣੇ ਨੂੰ ਦੁੱਖ ਦਿਆਂਗਾ, ਨਾ ਦੂਸਰੇ ਨੂੰ ਦਿਆਂਗਾ। ਪਰ ਤੁਸੀਂ ਦੇਖਣਾ ਇਸ ਗੱਲ ਨੂੰ ਕਿ ਇਹ ਜਿਹੜੇ ਫਾਊਂਡੇਸ਼ਨਸ ਹਨ ਸੁਸਾਇਟੀ ਦੇ ਅੱਜ, ਸਾਈਕੋਲੋਜੀ ਦੀ ਇਹ ਸਟੱਡੀਜ਼ ਇੱਕ ਹੋਰ ਤਰ੍ਹਾਂ ਦੇ ਜੀਵਨ ਨੂੰ ਡਿਫਾਈਨ ਕਰ ਰਹੀਆਂ ਹਨ। ਗਲਤ ਨਾ ਸਮਝਣਾ,
ਮੈਂ ਕੁਝ ਸਾਈਕੋਲੋਜਿਸਟ ਪੜ੍ਹੇ ਹਨ ਜਿਨ੍ਹਾਂ ਦੀ ਗੱਲ ਸਪਿਰਿਚੁਅਲ ਹੀ ਚੱਲਦੀ ਹੈ, ਬਹੁਤ ਪਿਆਰੀ ਗੱਲਾਂ ਕਰਦੇ ਹਨ। ਕਾਰਲ ਗੁਸਤਾਵ ਯੁੰਗ ਫਰੋਇਡ ਦਾ ਕੰਟੈਂਪਰਰੀ ਰਿਹਾ ਹੈ। ਇੱਕ ਲਾਈਨ ਅਧਿਆਤਮ ਵੱਲ ਤੋਰਦੀ ਹੈ। ਇੱਕ ਆਤਮਿਕ ਰੈਵੋਲੂਸ਼ਨ ਅੰਦਰ ਹੋ ਰਹੀ ਹੈ, ਦੱਸ ਰਿਹਾ ਹੈ। ਪਰ ਮਨ ਦਾ ਗਿਆਨ ਮਾਡਰਨ ਸੋਸਾਇਟੀ ਨੂੰ ਹਾਲੇ ਬਹੁਤ ਅਧੂਰਾ ਹੈ। ਗੁਰੂ ਨਾਨਕ ਸਾਹਿਬ ਨੇ ਮਨ ਬਾਰੇ ਬੜੀ ਡੂੰਘੀਆਂ ਗੱਲਾਂ ਚਲਾਈਆਂ ਹਨ। ਗੁਰੂ ਗ੍ਰੰਥ ਵਿੱਚ ਮਨ ਡਿਫਾਈਨ ਕਰ ਰਹੇ ਹਨ ਪੂਰੀ ਤਰ੍ਹਾਂ। ਕੁਆਲਿਟੇਟਿਵ ਮਾਈਂਡ ਐਂਡ ਅਨਡਿਫਾਈਨਡ ਮਾਈਂਡ ਇਹਦੇ ਭੇਦ ਖੋਲ੍ਹ ਰਹੇ ਹਨ। ਅਸੀਂ ਕੁਆਲਿਟੇਟਿਵ ਮਾਈਂਡ ਨੂੰ ਜਾਣਦੇ ਹਾਂ, ਈਗੋ ਸੈਂਟਰਡ ਮਾਈਂਡ ਨੂੰ ਜਾਣਦੇ ਹਾਂ। ਉਹਦੇ ਬਿਯੋਂਡ ਸਾਡੇ ਕੋਲ ਕੁਛ ਨਹੀਂ ਹੈ। ਪਰ ਗੁਰੂ ਕਹਿ ਰਿਹਾ ਉਹਦੇ ਬਿਯੋਂਡ ਆਨੰਦ ਛਿਪਿਆ ਹੈ। ਇਹ ਦਰਵਾਜ਼ਾ ਹੈ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਇਹ ਜਿਹੜਾ ਬੰਦ ਦਰਵਾਜ਼ਾ ਹੈ ਇਹਦੇ ਪਾਰ ਆਨੰਦ ਹੈ। ਤਾਂ ਗੁਰੂ ਕਹਿ ਰਿਹਾ ਹੈ ਕਿ ਇਹ ਜਿਹੜਾ ਸੋਸਾਇਟੀ ਨੂੰ ਅਸੀਂ ਡਿਵਾਈਡ ਕਰਕੇ ਅਲੱਗ-ਅਲੱਗ ਧਰਮ ਬਣਾ ਦਿੱਤੇ ਦੁਨੀਆ ਦੇ, ਸਤ ਵਿੱਚ ਧਰਮ ਇੱਕੋ ਹੀ ਹੈ। ਸਰਬ ਸ਼ਬਦੰ ਏਕ ਸ਼ਬਦੰ, ਸਾਰੀ ਦੁਨੀਆ ਦਾ ਧਰਮ ਇੱਕੋ ਹੀ ਹੈ। ਹੁਣ ਇੱਥੇ ਮਨ ਕੌਨਫਲਿਕਟ ਵਿੱਚ ਆਉਂਦਾ ਹੈ, ਕਿਉਂਕਿ ਜਦੋਂ ਰਿਲੀਜਨ ਦੀ ਡੈਫੀਨੇਸ਼ਨ ਅਸੀਂ ਸਟੱਡੀ ਕਰਦੇ ਹਾਂ, ਸਾਇੰਸ ਆਫ ਰਿਲੀਜਨ, ਤਾਂ ਫਿਰ ਮਨ ਫਸ ਜਾਂਦਾ ਹੈ। ਇਹਦਾ ਕੀ ਮਤਲਬ ਹੈ? ਧਰਮ ਦਾ ਕੀ ਮਤਲਬ ਹੈ? ਗੁਰੂ ਕਹਿ ਰਿਹਾ ਹੈ ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੇ ਪਿਓ। ਸਾਰਿਆਂ ਦਾ ਧਰਮ ਇੱਕੋ ਹੀ ਹੈ। ਇਨਸਾਨ, ਪੂਰੀ ਰੇਸ ਇੱਕ ਹੀ ਧਰਮ ਨਾਲ ਬੰਨੀ ਹੋਈ ਹੈ। ਹੁਣ ਧਰਮ ਕੀ ਹੈ ਇਹਨੂੰ ਸਮਝੀਏ। ਮੈਂ ਆਪਣੇ ਮਨ ਨੂੰ, ਜੋ ਆਪਣੇ ਨਾਲ ਬੈਗੇਜ ਲੈ ਕੇ ਆਇਆ ਹਾਂ, ਉਹ ਮੇਰੇ ਮਨ ਦੇ ਅੰਦਰ ਹੈ। ਜਦੋਂ ਮੈਂ ਸਰੀਰ ਰੂਪ ਧਾਰਿਆ, ਮਨ ਦੀ ਅਸੀਂ ਪਿਛਲੇ ਸੈਸ਼ਨਸ ਵਿੱਚ ਪੂਰੀ ਗੱਲ ਕਰ ਚੁੱਕੇ ਹਾਂ। ਮਨ ਦਾ ਸਟਰਕਚਰ ਕੀ ਹੈ, ਔਰ ਜਦੋਂ ਆਤਮਾ ਸਰੀਰ ਨਾਲ ਜੁੜ ਕੇ ਮਨ ਪ੍ਰਗਟ ਹੋ ਜਾਂਦਾ ਹੈ, ਇੰਦਰੀਆਂ ਮਿਲ ਜਾਂਦੀਆਂ ਹਨ ਅਤੇ ਮਨ ਨੂੰ ਐਕਸਪ੍ਰੈਸ਼ਨ ਮਿਲ ਜਾਂਦਾ ਹੈ ਕਨੈਕਸ਼ਨ ਦਾ, ਬਾਹਰਲਾ ਈਜ਼ੀ ਕਨੈਕਸ਼ਨ। ਪਰ ਮਨ ਦੇ ਅੰਦਰ ਗੁਰੂ ਸਮਝਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ। ਆਨੰਦ ਪਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਤੀਸਰੀ ਗੱਲ, ਮੂੰਦ ਲੀਏ ਦਰਵਾਜ਼ੇ, ਬਾਜੀਏ ਲੈ ਅਨਹਦ ਬਾਜੇ। ਇੱਕ ਅਨਹਦ ਬਾਜੇ ਆਨੰਦ ਦੇ ਮਨ ਦੇ ਅੰਦਰ ਪ੍ਰਗਟ ਹਨ, ਜਿਸ ਨੂੰ ਭਗਤ ਕਬੀਰ ਨੇ ਬਹੁਤ ਪਿਆਰੀ ਤਰ੍ਹਾਂ ਦੱਸਿਆ ਹੈ। ਗੁਸਲ ਕਰਦਨ ਬੂਦ, ਆਸਮਾਨ ਮੈਂ ਆਨੇ ਲਹਿੰਗ ਦਰਿਆ। ਇੱਕ ਦਰਿਆ ਬਹਿ ਰਿਹਾ ਹੈ ਆਨੰਦ ਦਾ, ਇਹਦੇ 'ਚ ਡੁਬਕੀ ਮਾਰ ਲੈ। ਹੈ ਭਗਤ ਕਬੀਰ ਨੂੰ ਕਿਸ ਨੇ ਪੜ੍ਹਾਇਆ ਹੈ ਜੀਵਨ? ਕਿਹੜੀ ਯੂਨੀਵਰਸਿਟੀ ਪੜ੍ਹੇ ਹੋਣਗੇ? ਇਹ ਵਿਚਾਰਾਂਗੇ। ਮਹਾਰਾਜ ਇਸ ਪੌੜੀ ਵਿੱਚ ਦੱਸਦੇ ਹਨ, ਓਮੀ ਸਾਧ ਨਾ ਮਾਰੀਏ। ਇਹ ਗੱਲ ਤਾਂ ਇਹ ਹੈ ਗਿਆਨ ਦੀ, ਕਿ ਸਾਡਾ ਸਾਰਿਆਂ ਦਾ ਲਾਈਫ ਦਾ ਪੋਟੈਂਸ਼ੀਅਲ ਕੀ ਹੈ ਔਰ ਕਿੱਥੇ ਛਿਪਿਆ ਹੈ। ਧਰਮ ਇਹ ਹੈ ਕਿ ਅਸੀਂ ਉਹਨੂੰ ਜਾਣੀਏ ਜੋ ਸਾਡੇ ਨਾਲ ਵਸਦਾ ਹੈ, ਜੋ ਸਾਡੇ ਆਤਮਾ ਦਾ ਰਸ ਹੈ, ਔਰ ਇਹ ਸਾਰਿਆਂ ਦੇ ਕੋਲ ਹੈ, ਔਰ ਸਾਰਿਆਂ ਦਾ ਧਰਮ ਹੈ ਮਹਾਰਾਜ। ਅਸੀਂ ਉਹਨੂੰ ਅਵੋਇਡ ਕਰ ਸਕਦੇ ਹਾਂ, ਕਰ ਹੀ ਰਹੇ ਹਾਂ। ਇਹ ਦੋ ਗੱਲਾਂ ਸਾਡੇ ਵਿਗਨ 'ਚ ਬਣੀਆਂ ਹੋਈਆਂ ਹਨ ਲਗਾਤਾਰ। ਇੱਕ ਡਰ, ਮੌਤ ਦਾ ਡਰ, ਔਰ ਇੱਕ ਗੱਲ ਕਿ ਇਹ ਜੀਵਨ ਸਦਾ ਲਈ ਨਹੀਂ ਹੈ। ਇਹ ਦੋ ਗੱਲਾਂ। ਔਰ ਤੀਸਰਾ ਫਿਰ ਇਹ ਹੈ ਕਿ ਅਸੀਂ ਜਿਸ ਜੀਵਨ ਨੂੰ ਜੀ ਰਹੇ ਹਾਂ ਉਹਦੇ ਵਿੱਚ ਕੌਨਸਟੈਂਟ ਚੇਂਜ ਹੈ, ਤਾਂ ਉੱਥੇ ਸੁੱਖ ਪਰਮਾਨੈਂਟ ਨਹੀਂ ਹੈ। ਤਾਂ ਸੁੱਖ ਰੀਵਿਜ਼ਿਟ ਹੁੰਦਾ ਹੈ ਦੁੱਖ ਨਾਲ। ਇਹ ਤਿੰਨ ਗੱਲ ਸਾਡੀਆਂ ਪ੍ਰੋਬਲਮਸ ਬਣੀਆਂ ਹੋਈਆਂ ਹਨ, ਔਰ ਅਸੀਂ ਇਹਨਾਂ ਵਿੱਚ ਗ੍ਰਸਤ ਹਾਂ, ਫਸੇ ਹੋਏ ਹਾਂ। ਇਹਨਾਂ ਦਾ ਸੋਲਿਊਸ਼ਨ ਨਹੀਂ ਲੱਭ ਪਾ ਰਿਹਾ। ਫਿਰ ਇਹਨੂੰ ਅਵੋਇਡ ਕਰਦੇ ਹਾਂ ਨੈਟਫਲਿਕਸ ਲਗਾ ਕੇ। ਮੈਂ ਵੈਸੇ ਦੱਸ ਰਿਹਾ ਕਿ ਅਸੀਂ ਵਿਧੀਆਂ ਬਣਾ ਲਈਆਂ ਟੂ ਅਵੋਇਡ ਫੇਸਿੰਗ ਦ ਕੋਰ ਕੁਐਸਚਨਸ ਆਫ ਲਾਈਫ। ਵੀ ਕ੍ਰੀਏਟ ਐਂਟਰਟੇਨਮੈਂਟ। ਸਮਝ ਰਹੇ ਗੱਲ ਨੂੰ? ਇੱਕ ਘਰ ਦੇ ਅੰਦਰ ਚਾਨਣ ਔਰ ਪ੍ਰਕਾਸ਼ ਹੈ, ਔਰ ਮੈਂ ਉਹ ਦਰਵਾਜ਼ਾ ਬੰਦ ਕਰ ਦਿਆਂ,
ਔਰ ਫਿਰ ਮੈਂ ਬਾਹਰ ਜਾ ਕੇ ਕਹਾਂ ਕਿ ਹਨੇਰਾ ਹੈ ਪ੍ਰਕਾਸ਼ ਕਰੋ, ਇਹਨੂੰ ਕੀ ਕਵਾਂਗੇ? ਇਸ ਜਨ ਨੂੰ ਕੀ ਕਵਾਂਗੇ? ਇਹ ਸਾਡਾ ਹਾਲ ਹੈ। ਇੱਕ ਘਰ ਦੇ ਅੰਦਰ ਆਨੰਦ ਦੀ ਬਰਖਾ ਚੱਲ ਰਹੀ ਹੈ। ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਤਾਰ। ਇੱਕ ਕਿਰਪਾ ਕੌਨਸਟੈਂਟਲੀ ਪ੍ਰਗਟ ਹੈ ਸਾਡੇ ਅੰਦਰ ਹੀ। ਸੂਫੀ ਬੜੀ ਨਿਰਾਲੀ ਗੱਲ ਕਰਦੇ ਹਨ, ਕਹਿੰਦੇ 11th ਡਾਇਰੈਕਸ਼ਨ। ਫਿਰ ਇੱਕ ਹੋਰ ਗੱਲ ਕਰਦੇ ਹਨ, ਸਾਊਂਡ ਆਫ ਸਾਇਲੈਂਸ। ਕਹਿੰਦੇ ਸ਼ੋਰ ਤਾਂ ਬਾਹਰ ਹੈ, ਇਹ ਸ਼ਾਂਤੀ ਦੀ ਆਵਾਜ਼ ਕਿੱਥੋਂ ਆਉਂਦੀ ਹੈ? ਕਿਧਰੇ ਹੈ ਜਿੱਥੇ ਮੈਂ ਸ਼ਾਂਤ ਹੋ ਕੇ ਬੈਠਾ ਔਰ ਆਨੰਦ ਦੀ ਬਰਖਾ ਆ ਜਾਏ। ਇੱਕ ਅੰਗਰੇਜ਼ ਰਾਈਟਰ ਦੀ ਪੋਇਮ ਪੜ੍ਹੀ ਸੀ ਮੈਂ, ਉਹ ਕਹਿੰਦਾ ਹੈ ਹੈਪੀਨੈਸ ਇਜ਼ ਵੈਰੀ elusive, ਇਟਸ ਲਾਈਕ ਏ ਬਟਰਫਲਾਈ, you go to catch it and you cannot catch it, but if you sit by yourself, possible it will visit you on your shoulder. ਗੱਲ ਸਾਰੀ ਇੱਥੇ ਹੈ ਹਜੂਰ, ਕਿ ਜਿਹੜਾ ਆਤਮਾ ਦਾ ਰਸ ਹੈ ਉਸ ਤੋਂ ਮੈਂ ਵਾਂਝਿਆ ਹਾਂ। I am devoid of the joy which is within me and I constantly seek it outside. ਕਸਤੂਰੀ ਕੁੰਡਲ ਬਸੇ, ਇੱਕ ਮਿਰਗ ਤ੍ਰਿਸ਼ਨਾ ਵਿੱਚ ਫਸਿਆ ਹਾਂ ਮੈਂ, ਔਰ ਫਿਰ ਮੈਂ ਮਾਸਟਰ ਵੀ ਕਰ ਲੈਂਦਾ ਇਹਨੂੰ, ਬਿਕੋਜ਼ ਦੇਰ ਇਜ਼ ਇਨਫ ਡਿਸਟਰੈਕਸ਼ਨ ਆਊਟਸਾਈਡ। ਬੜੇ ਲੋਕ ਗਲਤ ਡਾਇਰੈਕਸ਼ਨ ਵਿੱਚ ਜਾ ਰਹੇ ਹਨ, ਸਮਝ ਰਹੇ ਹੋ ਗੱਲ ਨੂੰ? ਆਈ ਐਮ ਗੋਇੰਗ ਇਨ ਵਨ ਡਾਇਰੈਕਸ਼ਨ ਐਂਡ ਲੈਕਸ ਐਂਡ ਕਰੋੜਸ ਆਫ ਪੀਪਲ ਆਰ ਵਾਕਿੰਗ ਵਿਦ ਮੀ। ਸੋ ਇੱਕ ਭਰੋਸਾ ਰਹਿੰਦਾ ਬੰਦੇ ਨੂੰ ਕਿ ਅਸੀਂ ਠੀਕ ਹੀ ਕਰ ਰਹੇ ਹੋਣਗੇ, ਸਾਰੇ ਇਸ ਪਾਸੇ ਜਾ ਰਹੇ ਹਨ, ਪਰ ਇਹ ਸਾਰੇ ਗਲਤ ਜਗ੍ਹਾ ਜਾ ਰਹੇ ਹਨ। 99.9% people are in the wrong direction. ਗੁਰੂ ਵੀ ਗਲਤ ਲੱਭ ਰਹੇ ਹਨ ਔਰ ਜਾ ਵੀ ਗਲਤ ਜਗ੍ਹਾ ਰਹੇ ਹਨ। ਜਿਹੜੇ ਦੋ ਬੰਦੇ ਪਿੱਛੋਂ ਉਲਟ ਹੋ ਕੇ ਨਿਕਲ ਗਏ ਉਹ ਮੈਂ ਦੇਖੇ ਹੀ ਨਹੀਂ, ਕਿਉਂਕਿ ਉਹਨਾਂ ਨੇ ਆਵਾਜ਼ ਮਾਰੀ, ਮੈਂ ਸੁਣੀ ਨਹੀਂ। ਸ਼ੋਰ ਸੀ ਮਨ ਵਿੱਚ ਬਹੁਤ ਜ਼ਿਆਦਾ। ਉਹ ਗਏ ਹਨ ਠੀਕ ਜਗ੍ਹਾ, ਲੱਗਦਾ ਹੈ। ਬਹੁਤ ਥੋੜੇ ਹੀ ਜਾਂਦੇ ਹਨ। ਕਿਉਂ? ਕਿਉਂਕਿ ਮੈਂ ਆਪਣੀ ਅੱਖੋਂ ਦੇਖੀ ਗੱਲ ਦਾ ਭਰੋਸਾ ਜ਼ਿਆਦਾ ਕਰਦਾ ਹਾਂ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਮੇਰਾ ਮਨ ਅਵੇਅਰ ਹੈ, ਮੈਂ ਕਹਿੰਦਾ ਹਾਂ ਆਈ ਨੋ, ਮੈਨੂੰ ਦਿਖ ਰਿਹਾ ਹੈ, ਆਈ ਨੋ ਵਟ ਇਜ਼ ਰਾਈਟ, ਬਟ ਧਰਮ ਦੀ ਗੱਲ ਦਿਖਦੀ ਨਹੀਂ ਹੈ। ਇੱਥੇ ਸ਼ੋਰ ਜ਼ਿਆਦਾ ਹੈ, ਇੱਥੇ ਜ਼ਿਆਦਾ ਗਲਤ ਹੋ ਰਿਹਾ ਹੈ, ਸਹੀ ਬਹੁਤ ਥੋੜੇ ਕਰਦੇ ਪਏ ਹਨ। ਤਾਂ ਗੁਰੂ ਕਹਿ ਰਿਹਾ ਹੈ ਕਿ ਧਰਮ ਤਾਂ ਇੱਕੋ ਹੀ ਹੈ ਸਭ ਦਾ, ਇਹਨੂੰ ਕਿੱਧਰ ਡਿਵਾਈਡ ਕਰਦੇ ਪਏ ਹਾਂ? ਪਰ ਇੱਕ ਹੋਰ ਗੱਲ ਇਹਦੇ ਨਾਲ ਵਕਦੀ ਹੈ। ਮਹਾਰਾਜ ਕਹਿੰਦੇ ਹਨ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਜਿਸ ਨੂੰ ਇਹ ਗਿਆਨ ਹੋ ਗਿਆ, ਗੁਰੂ ਕਹਿ ਰਿਹਾ ਮੈਂ ਤੇ ਉਹਦਾ ਦਾਸ ਹਾਂ। ਇੱਥੇ ਗੱਲ ਸਮਝਣੀ ਹੈ। ਇੱਕ ਭ੍ਰਮ ਹੈ ਜਿਸ ਨੂੰ ਅਸੀਂ ਮਾਇਆ ਜਾਣਦੇ ਹਾਂ। ਵਨ ਇਲਿਊਜ਼ਨ ਇਜ਼ ਅਰਾਊਂਡ ਅਸ। ਉਹਨੂੰ ਤੋੜਾਂਗਾ ਕਿਵੇਂ? ਦੈਟਸ ਅ ਵੈਰੀ ਬਿਗ ਕੁਐਸਚਨ। ਉਹ ਗੱਲਾਂ ਨਾਲ ਨਹੀਂ ਟੁੱਟੇਗਾ। ਜਸਟ ਬਾਈ ਟਾਕ ਇਟ ਵਿਲ ਨਾਟ ਹੈਪਨ। ਜਦ ਤੱਕ ਸ਼ਬਦ ਨਾ ਕਰੀ ਵਿਚਾਰ। ਇਹਦਾ ਰਸਤਾ ਸ਼ੁਰੂ ਹੁੰਦਾ ਹੈ ਵਿਚਾਰ ਨੂੰ ਪਹਿਲੇ ਕੌਨਸਟੈਂਟਲੀ ਇੱਕ ਡਾਇਰੈਕਸ਼ਨ ਵਿੱਚ ਲਿਜਾਣਾ, ਅਵੇਅਰ ਡਾਇਰੈਕਸ਼ਨ ਵਿੱਚ। ਵਿਚਾਰ ਸ਼ਬਦ ਦੀ ਡਾਇਮੈਂਸ਼ਨਸ ਦੋ ਤਰ੍ਹਾਂ ਦੀਆਂ ਹਨ। ਪਹਿਲੇ ਥਾਟ ਦੇ ਅੰਦਰ ਵਿਚਾਰ, ਫਿਰ ਧਿਆਨ ਬਣ ਜਾਣਾ। ਮਹਾਰਾਜ ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਇੱਕ ਧਿਆਨਸਤ ਇਨਸਾਨ ਦੇ ਨਾਲ ਬੈਠ ਵੀ ਜਾਈਏ, ਮਨ ਧਿਆਨ ਵਿੱਚ ਆ ਜਾਏਗਾ। ਯਾਦ ਹੈ ਸਾਨੂੰ ਗੱਲ, ਦਸਤਗੀਰ ਘਬਰਾ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਬਾਂਗ ਮਾਰੀ, ਸੁੰਨ ਹੋ ਗਿਆ ਸ਼ਹਿਰ ਪੂਰਾ। ਤਾਂ ਉਹ ਪੀਰ ਬੜਾ ਘਬਰਾਇਆ ਹੈ, ਕੌਣ ਆਇਆ ਹੈ? ਇਹ ਤਾਂ ਧਿਆਨ ਲੱਗ ਰਿਹਾ ਹੈ, ਇਹਦੀ ਭਾਸ਼ਾ, ਇਹਦੀ ਬਾਂਗ ਦੇ ਵਿੱਚ, ਇਹਦੀ ਆਵਾਜ਼ ਦੇ ਵਿੱਚ। ਇਹ ਨਿਸ਼ਾਨੀ। ਧਿਆਨ ਇੱਕ ਸੁਰਤ ਦੀ ਕਮਾਈ ਹੈ, ਐਨ ਇੰਪੋਰਟੈਂਟ ਐਲੀਮੈਂਟ ਆਫ ਆਰ ਮਾਈਂਡ। ਅਸੀਂ ਡਿਸਟਰੈਕਟਿਡ ਮਨ ਵਿੱਚ ਚੱਲਦੇ ਹਾਂ, ਡਿਵਾਈਡਡ ਮਾਈਂਡ। ਅਸੀਂ ਯੂਨੀਫਾਈਡ ਮਾਈਂਡ ਦੇ ਬਾਰੇ ਅਵੇਅਰ ਨਹੀਂ ਹਾਂ। ਥਾਟ ਨੂੰ ਗੇਰਨਾ ਹੈ ਉਹਦੇ ਵਾਸਤੇ। ਤਾਂ ਗੁਰੂ ਕਹਿ ਰਿਹਾ ਸ਼ਬਦ ਨਾਲ ਮਨ ਨੂੰ ਜੋੜ ਲੈ ਭਾਈ। ਗਾਵੀਏ, ਸੁਣੀਏ, ਮਨ ਰੱਖੀਏ ਭਾਓ।
ਪ੍ਰੇਮ ਦੇ ਅੰਦਰ ਮਨ ਹੈ। ਮਨ ਪ੍ਰੇਮ ਦੇ ਵਿੱਚ ਵਸਿਆ ਹੋਇਆ ਹੈ। ਇਹਨੂੰ ਜਾਗਰ ਕਰਨਾ ਹੈ। ਗਾਣ ਨਾਲ ਔਰ ਸੁਣਨ ਨਾਲ ਮੈਂ ਮਨ ਨੂੰ ਸਬਮਿਟ ਕਰ ਦਿੰਦਾ ਹਾਂ ਸ਼ਬਦ ਦੇ ਵਿੱਚ, ਤਾਂ ਥੋਟਲੈਸਨੈਸ ਵੱਲ ਮਨ ਚੱਲ ਪੈਂਦਾ ਹੈ। ਤਾਂ ਫਿਰ ਕੀ ਹੁੰਦਾ ਹੈ? ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁੱਖ ਘਰ ਦੇ ਵਿੱਚ ਵਸਿਆ ਹੈ, ਦੁੱਖ ਨੂੰ ਛੱਡ ਦਿੰਦਾ ਹਾਂ। ਗੁਰੂ ਕਹਿ ਰਿਹਾ ਧਰਮ ਇੱਕੋ ਹੀ ਹੈ। ਇਹ ਅਲੱਗ-ਅਲੱਗ ਕਿੱਥੇ ਧਰਮ ਨੂੰ ਬਣਾਈ ਫਿਰਦੇ ਆ। ਥੋੜ੍ਹਾ ਸਮਝੀਏ ਗੱਲ ਨੂੰ। ਈਸਾਈ ਮਤ ਹੈ, ਇਸਲਾਮ ਮਤ ਹੈ, ਆਪਸ ਵਿੱਚ ਹੀ ਲੜੀ ਫਿਰਦੇ, ਕੰਪੀਟੀਸ਼ਨ ਚੱਲ ਰਿਹਾ ਹੈ। ਇਹ ਧਰਮ ਦੀ ਅਸਲੀਅਤ ਥੋੜ੍ਹੀ ਹੈ। ਇਹ ਤਾਂ ਮਨ ਨੂੰ ਹੋਰ ਉਲਝਾਉਣ ਦੇ ਕਾਰਨ ਬਣ ਗਏ। ਜੋ ਅਸਲ ਵਿੱਚ ਧਰਮ ਹੈ ਉਹਦੀ ਕਮਾਈ ਛੱਡ ਕੇ ਅਸੀਂ ਸੁਸਾਇਟੀ ਨੂੰ ਡਿਵਾਈਡ ਕਰਦੇ ਜਾ ਰਹੇ ਹਾਂ। ਤਾਂ ਫਿਰ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਾਰੇ ਤਰਫ ਖੋਲ੍ਹ ਦਿੱਤੇ। ਕੋਈ ਰੋਕ ਨਹੀਂ ਹੈ। ਧਰਮ ਕਰਕੇ ਕੋਈ ਵਿਤਕਰਾ ਨਹੀਂ ਹੈ, ਜਾਤ ਕਰਕੇ ਨਹੀਂ ਹੈ, ਭਾਸ਼ਾ ਕਰਕੇ ਨਹੀਂ ਹੈ, ਕਿਸੇ ਵੀ ਕਰਕੇ ਨਹੀਂ ਹੈ। ਅੱਜ ਸੈਕਸ਼ੁਅਲਿਟੀ ਤੇ ਬੜੀ ਡਿਬੇਟ ਚੱਲਦੀ ਹੈ। Is that reason to divide, further divide? An ill and sick mind is seeking to keep dividing society in many, many, many ways. ਕੀ ਕਾਰਨ ਹੈ? ਅਸੀਂ ਕਿਸੇ ਵੀ ਕਾਰਨ ਕਰਕੇ ਦੂਸਰੇ ਨੂੰ ਨੀਵਾਂ ਦਿਖਾਣਾ ਲੱਭਦੇ ਹਾਂ, ਉਹਨੂੰ ਰੋਗੀ ਕਹਿਣਾ ਲੱਭਦੇ ਹਾਂ। By what logic? ਅਗਿਆਨਤਾ, unawareness of life is the evil which we live and we call it life. ਮਹਾਰਾਜ ਕਹਿ ਰਹੇ ਹਨ ਇੱਕੋ ਹੀ ਧਰਮ ਹੈ, ਦੋ ਧਰਮ ਨਹੀਂ ਹਨ, ਤੀਜਾ ਨਹੀਂ ਹੈ। ਮਨ ਸਭ ਦਾ ਇੱਕੋ ਜਿਹਾ ਹੈ। ਸਿੱਖ ਦਾ, ਹਿੰਦੂ ਦਾ, ਮੁਸਲਿਮ ਦਾ ਮਨ ਦਾ ਸਟਰਕਚਰ ਫਰਕ ਨਹੀਂ ਹੈ। ਈਸਾਈ ਦਾ ਮਨ ਦਾ ਸਟਰਕਚਰ ਇੱਕੋ ਹੀ ਹੈ ਸਭ ਦਾ। ਔਰ ਉਹਦੇ ਵਿੱਚ ਕੀ ਵਸਿਆ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਜੀਵਨ ਨੂੰ ਤਾਂ ਹੀ ਜਾਣਿਆ ਜਾਏਗਾ ਜਦੋਂ ਇਹ ਭੁਲੇਖਾ ਉਤਰੇਗਾ। ਭੁਲੇਖਾ ਕਦੋਂ ਉਤਰੇਗਾ? ਜਦੋਂ ਮੈਂ ਅਵੇਅਰ ਹੋਵਾਂਗਾ ਉਸ ਮਨ ਦਾ ਜੋ ਮੇਰੇ ਈਗੋ ਮਾਈਂਡ ਤੋਂ ਬਿਯੋਂਡ ਹੈ। ਤਦ ਤੱਕ ਉਤਰੇਗਾ ਹੀ ਨਹੀਂ। ਔਰ ਉਸ ਵਾਸਤੇ ਕੀ ਲੋੜ ਹੈ? ਗੁਰੂ ਅੰਗਦ ਸਾਹਿਬ ਦੀ ਅਗਲਾ ਸ਼ਲੋਕ ਇਹ ਦੱਸੇਗਾ ਸਾਨੂੰ। ਮਹਿਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤ ਆਤਮਾ। ਕ੍ਰਿਸ਼ਨੰ ਔਰ ਰਾਮ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਸ਼ਬਦ ਹਨ, ਇਹ ਕੁਆਲਿਟੇਟਿਵ ਗੋਡ ਮੀਨਿੰਗਸ ਹਨ। ਰਾਮ ਜੋ ਰਮਿਆ ਹੈ, ਜੋ ਹਰ ਜਗ੍ਹਾ ਵਸਦਾ ਹੈ। ਕ੍ਰਿਸ਼ਨੰ ਜੋ ਦਾਗ ਤੋਂ ਰਹਿਤ ਹੈ, ਪ੍ਰਕਾਸ਼ ਹੈ। ਗੁਰੂ ਅੰਗਦ ਸਾਹਿਬ ਕਹਿ ਰਹੇ ਹਨ ਏਕ ਕ੍ਰਿਸ਼ਨੰ ਸਰਬ ਦੇਵਾ। ਏਕ ਹੀ ਨਿਰੰਕਾਰ ਗੋਡ, ਜੋ ਵੀ ਸ਼ਬਦ ਵਰਤ ਲਈਏ, ਉਹ ਸਭ ਦਾ ਦੇਵਤਾ ਹੈ, ਸਭ ਦਾ ਦੇਵ ਹੈ। ਹੁਣ ਇੱਥੇ ਸਾਰਾ ਰੁਕ ਜਾਈਏ। ਮੇਰਾ ਜੀਵਨ ਉਸ ਇੱਕ ਨਾਲ ਕਦੋਂ ਮਿਲਦਾ ਹੈ? 24 ਘੰਟੇ ਵਿੱਚ ਕਿਤਨੇ ਮਿੰਟ ਕਦੇ ਮਿਲਦਾ ਹੈ? ਉਸ ਇੱਕ ਵੱਲ ਕਦੇ ਮੂੰਹ ਕਰਦਾ ਹੈ? ਉਸ ਇੱਕ ਨਿਰੰਕਾਰ ਵੱਲ ਕਦੇ ਮੇਰੇ ਪੈਰ ਜਾਂਦੇ ਹਨ? ਕਦੇ ਮੈਂ ਸੋਚਦਾ ਵਾਂ ਕਿ ਇਹ ਸਾਰੀ ਸ੍ਰਿਸ਼ਟੀ ਇੱਕ ਆਧਾਰ ਹੈ ਨਾਮ ਦੀ? ਕਦੇ ਨਾਮ ਨਾਲ ਮੇਰਾ ਵਾਹ ਪੈਂਦਾ ਹੈ? ਗੱਲ ਇੱਥੇ ਸ਼ੁਰੂ ਹੁੰਦੀ ਹੈ ਮਹਾਰਾਜ। ਅਗਰ ਮੈਂ ਉਸ ਇੱਕ ਵੱਲ ਜਾਂਦਾ ਨਹੀਂ ਤੇ ਜਿਸ ਨੇ ਇਹ ਸਭ ਕੁਝ ਬਣਾਇਆ ਹੈ, ਜਿਹਦੇ ਕਰਕੇ ਮੈਂ ਹਾਂ, ਸ੍ਰਿਸ਼ਟੀ ਹੈ, ਮੈਂ ਉਸੇ ਨਾਲ ਝੂਠ ਬੋਲਦਾ ਹਾਂ। ਗੁਰੂ ਨੇ ਬੜੀ ਪਿਆਰੀ ਤਰ੍ਹਾਂ ਸਮਝਾਇਆ ਸੀ। ਕੂੜ ਦਾ ਲਾਲਚ ਹੈ ਮੈਨੂੰ। ਕੂੜ ਲਾਲਚ ਬਿਲਕੁਲ ਠੀਕ ਡਿਫਾਈਨ ਕੀਤਾ ਹੈ ਮੇਰਾ ਮਨ। ਮੈਨੂੰ ਲਾਲਚ ਹੈ ਕੂੜ ਦਾ, ਸੱਚ ਦਾ ਨਹੀਂ ਹੈ। ਸੱਚ ਦਾ ਹੋਏਗਾ ਤਾਂ ਜੀਵਨ ਬਦਲ ਜਾਏਗਾ। ਜੀਵਨ ਨਵੇਂ ਤਰ੍ਹਾਂ ਦੇਖਾਂਗਾ ਮੈਂ। ਮਨ ਖੜ ਜਾਏਗਾ ਮਹਾਰਾਜ। ਗੁਰੂ ਹੁਣ ਸਮਝਾ ਰਿਹਾ ਹੈ, ਉਸ ਇੱਕ ਨਿਰੰਕਾਰ ਦੀ ਗੱਲ ਚਲਾ ਰਿਹਾ ਹੈ ਔਰ ਮੈਨੂੰ ਪ੍ਰੇਰ ਰਿਹਾ ਹੈ ਕਿ ਮੈਂ ਉਸ ਇੱਕ ਵੱਲ ਮੂੰਹ ਕਰਕੇ ਜੀਵਨ ਜੀਆਂ, ਇੱਕ ਹਜ਼ੂਰੀ ਵਿੱਚ ਜੀਵਨ ਚਲਾਵਾਂ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤ ਆਤਮਾ। ਇਹ ਸਾਰੇ ਦੇਵਤੇ, ਦੇਵਾਤ ਔਰ ਆਤਮਾ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਉਹ ਇੱਕ ਆਤਮਾ ਹੈ ਸਭ ਦੀ। ਇਹਨੂੰ ਅੰਗਰੇਜ਼ ਅੱਜ ਕੱਲ੍ਹ ਜਿਹੜੀ ਮਾਡਰਨ
ਅਕਾਟ ਟੂਲੇ ਇਹ ਲੋਕ ਜਿਹੜੀਆਂ ਗੱਲਾਂ ਚਲਾਉਂਦੇ ਹਨ ਉਹ ਕਲੈਕਟਿਵ ਮਾਈਂਡ ਇੱਕ ਵਰਡ ਵਰਤਦੇ ਹਨ। ਇਹ ਪੋਸੀਬਲੀ ਮੈਨੂੰ ਨਹੀਂ ਪਤਾ ਉਹਨਾਂ ਨੂੰ ਐਕਸਪੀਰੀਅੰਸ ਹੈ ਜਾਂ ਨਹੀਂ ਹੈ, ਬਟ ਆਤਮਾ ਸਭ ਦੀ ਇੱਕੋ ਹੀ ਹੈ। ਹੁਣ ਇਸ ਨੂੰ ਸਮਝੀਏ ਜ਼ਰਾ। ਜੇ ਮੈਂ ਆਪਣੇ ਅੰਤਰ ਮਨ ਵਿੱਚ ਜਾ ਕੇ ਉਸ ਇੱਕ ਮਨ ਨਾਲ ਜੁੜ ਜਾਵਾਂ ਜਿਹੜਾ ਮੈਨੂੰ ਸਭ ਨਾਲ ਜੋੜੇ, ਤਾਂ ਫਿਰ ਮੈਂ ਤੋੜਾਂਗਾ ਕਿਵੇਂ ਜੀਵਨ, ਡਿਵਾਈਡ ਕਿਵੇਂ ਕਰਾਂਗਾ ਸੋਸਾਇਟੀ ਨੂੰ, ਤਾਂ ਮੈਂ ਦੁੱਖ ਕਿਵੇਂ ਦੇ ਸਕਦਾ ਦੂਸਰੇ ਨੂੰ। ਮੇਰੇ ਸਾਰੇ ਰੋਗ ਮਨ ਦੇ ਅੱਜ ਸਾਰੀ ਦੁਨੀਆ ਦੇ ਵਿੱਚ ਆ ਕੇ ਰੋਗ ਦੀ ਤਰ੍ਹਾਂ ਫੈਲੇ ਹੋਏ ਹਨ, ਪਰ ਇਹਦਾ ਬੀਜ ਮੈਂ ਹੀ ਬੋ ਰਿਹਾ ਹਾਂ। ਅਗਿਆਨਤਾ ਸਭ ਤੋਂ ਵੱਡਾ ਈਵਲ ਹੈ। ਉਸ ਨਿਰੰਕਾਰ ਦੇ ਵੱਲ ਪਿੱਠ ਕਰਕੇ ਜੀਣਾ, ਮਨਮੁਖ ਦਾ ਜੀਵਨ ਜੀਣਾ, ਹੰਕਾਰੀ ਜੀਵਨ ਜੀਣਾ, ਸਭ ਰੋਗ ਉੱਥੋਂ ਹੀ ਪਨਪਦੇ ਹਨ ਮਹਾਰਾਜ। ਪਰ ਮੈਂ ਉਲਝਿਆ ਬੜਾ ਹਾਂ ਆਪਣੇ ਸੁੱਖ ਔਰ ਦੁੱਖ ਔਰ ਡੇ ਟੂ ਡੇ ਜੀਵਨ ਵਿੱਚ, ਇੰਨਾ ਉਲਝਿਆ ਹਾਂ ਕਿ ਇਹਨਾਂ ਚੀਜ਼ਾਂ ਦੀ ਵਿਚਾਰ ਹੀ ਨਹੀਂ ਬਣਦੀ ਹੈ। ਇਹਦੇ ਲਈ ਸੰਗਤ ਦੀ ਲੋੜ ਹੈ, ਬਾਣੀ ਦੀ ਹਜ਼ੂਰੀ ਦੀ ਲੋੜ ਹੈ, ਸ਼ਬਦ ਦੇ ਵਿੱਚ ਧਿਆਨ ਕਰਨ ਦੀ ਲੋੜ ਹੈ। ਜਿਹੜੇ ਟੂਲਸ ਸੋਸਾਇਟੀ ਮੈਨੂੰ ਦੇ ਰਹੀ ਹੈ ਉਹ ਮੈਨੂੰ ਐਮਪਾਵਰ ਕਰਦੇ ਨੇ, ਪਰ ਉਸ ਟੂਲਸ ਨੂੰ ਲੈ ਕੇ ਮੈਂ ਕਰ ਕੀ ਰਿਹਾ ਹਾਂ ਉਹ ਤਾਂ ਮੇਰੇ ਅੰਦਰ ਦੀ ਡਾਇਰੈਕਸ਼ਨ ਹੈ। ਅਗਰ ਮੈਂ ਗਲਤ ਡਾਇਰੈਕਸ਼ਨ ਵਿੱਚ ਟੁਰ ਰਿਹਾ ਹਾਂ, ਮੈਂ ਹੋਰ ਤੇਜ਼ੀ ਨਾਲ ਚੱਲਾਂਗਾ, ਫਿਰ ਹੋਰ ਪਾਵਰਫੁਲ ਹੋ ਜਾਵਾਂਗਾ, ਗਲਤ ਹੋਰ ਤੇਜ਼ੀ ਨਾਲ ਹੋਏਗਾ। ਗੁਰੂ ਅੰਗਦ ਸਾਹਿਬ ਕਹਿੰਦੇ ਹਨ, ਆਤਮਾ ਵਾਸੁਦੇਵस्य ਜੇ ਕੋ ਜਾਣੇ ਪਿਓ, ਆਤਮਾ ਹੀ ਨਿਰੰਕਾਰ ਹੈ। ਇਹਨੂੰ ਕਿਵੇਂ ਜਾਣ ਪਾਵਾਂਗਾ ਮਹਾਰਾਜ? ਇਹ ਗੱਲ ਕੋਰ ਹੈ ਲਾਈਫ ਦਾ। ਮੈਂ ਇੱਕ ਆਤਮਾ, ਮੇਰੇ ਨਾਲ ਇੱਕ ਆਤਮਾ ਵਸਦੀ ਹੈ ਜਿਹਦੇ 'ਚ ਹੰਕਾਰ ਕਨੈਕਟ ਹੋ ਜਾਂਦਾ ਹੈ, ਪਰ ਉਸ ਹੰਕਾਰ ਨੂੰ ਛੱਡ ਕੇ ਹੀ ਮੈਂ ਉਸ ਆਤਮਾ ਨੂੰ ਜਾਣ ਸਕਦਾ ਹਾਂ। ਮੈਂ ਉਸ ਹੰਕਾਰ ਨੂੰ ਕਦੇ ਛੱਡਦਾ ਹੀ ਨਹੀਂ ਹਾਂ, ਨਾ ਛੱਡਣਾ ਚਾਹੁੰਦਾ ਹਾਂ, ਨਾ ਹੀ ਮੈਂ ਜੀਵਨ ਨੂੰ ਹੰਕਾਰ ਤੋਂ ਬਿਯੋਂਡ ਜਾਣਦਾ ਹਾਂ। ਤਾਂ ਮੈਂ ਉਸ ਹੀ ਬਬਲ ਦੇ ਵਿੱਚ ਹੀ ਆਪਣੇ ਪੂਰੇ ਜੀਵਨ ਨੂੰ ਗ੍ਰਸਤ ਕਰ ਦਿੰਦਾ ਹਾਂ ਔਰ ਉਹਦੇ ਨਾਲ ਸੋਸਾਇਟੀ ਨੂੰ ਕਰ ਦਿੰਦਾ ਹਾਂ। ਔਰ ਉਸ ਆਤਮਾ ਦੇ ਨਾਲ ਇੱਕ ਹੋਰ ਗੱਲ ਵੀ ਹੈ, ਆਤਮ ਰਸ ਵੀ ਹੈ ਉਹਦੇ ਵਿੱਚ, ਇੱਕ ਰਸ ਹੈ ਉਹਦੇ 'ਚ, ਇੱਕ ਪਲੇਜਰ ਐਨਰਜੀ ਹੈ ਜਿਹੜੀ ਸਦਾ ਲਈ ਹੈ। ਆਤਮ ਰਸ ਜੋ ਜਾਣੀਏ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੇ ਨਾ ਭੇਦ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਹੁਤ ਉੱਤਮ ਬਚਨ ਹੈ। ਕਹਿੰਦੇ ਨੇ, ਮੇਰਾ ਖਾਲਸਾ ਉਹ ਹੈ ਜਿਹੜਾ ਆਤਮਾ ਦਾ ਰਸ ਜਾਣੇ। ਨਿਰੰਕਾਰ ਮੇਰੇ ਔਰ ਉਸ ਖਾਲਸੇ ਦੇ ਵਿੱਚ ਜੋ ਇਹਨੂੰ ਜਾਣਦਾ ਹੈ, ਕੋਈ ਭੇਦ ਨਹੀਂ ਹੈ, ਰੰਚਕ ਵੀ। ਕੀ ਗੱਲ ਕਰ ਦਿੱਤੀ ਮਹਾਰਾਜ। ਮੇਰਾ ਰੋਲ ਕੀ ਹੈ ਜੀਵਨ ਵਿੱਚ, ਮੈਂ ਉਹੀ ਨਹੀਂ ਜਾਣਦਾ ਹਾਂ। ਅਸੀਂ ਰਾਬੀਆ ਦੀ ਗੱਲ ਵਿਚਾਰ ਚੁੱਕੇ ਹਾਂ ਕਈ ਵਾਰ। ਬੜੀ ਪਿਆਰੀ ਕਥਾ ਹੈ ਰਾਬੀਆ ਅਲ ਬਸਰਾ। ਬਸਰਾ ਇੱਕ ਸ਼ਹਿਰ ਹੈ ਇਰਾਕ ਤੋਂ, ਸੂਫੀ ਸੰਤ ਹੈ। ਬੜੀ ਨਿਰਾਲੀ ਦੀ ਤਰ੍ਹਾਂ ਇਹ ਸੂਫੀ ਲੋਕ ਆਪਣੀ ਗੱਲ ਕਰਦੇ ਹਨ। ਮੌਲਾਨਾ ਰੂਮੀ ਦੀ ਵੀ ਬੜੀਆਂ ਗੱਲਾਂ ਪਿਆਰੀਆਂ ਹਨ, ਜੀਵਨ ਬਾਰੇ, ਲਾਈਫ ਬਾਰੇ, ਸਪਿਰਿਚੁਅਲਿਟੀ ਬਾਰੇ, ਐਲੀਗਰੀਜ਼ ਹਨ। ਮਸਨਵੀ ਕਹਿੰਦੇ ਨੇ ਉਸਨੂੰ, ਜੋ ਉਹਦੀ ਮਸਨਵੀ ਹੈ। ਮੌਲਾਨਾ ਨੇ ਜੋ 4 ਕਪਲੇਟਸ ਦੀ ਮਸਨਵੀ ਇੱਕ ਲਿਖੀ ਹੈ, ਪਰ ਉਹਦੇ 'ਚ ਗੱਲ ਬੜੀ ਛਿਪੀ ਹੋਈ ਹੈ। ਅੰਤਰ ਜਾ ਕੇ ਲੱਭਣਾ ਪੈਂਦਾ ਇਹਦਾ ਅਰਥ ਕੀ ਹੈ। ਜਿਸ ਸਮੇਂ ਵਿੱਚ ਮੌਲਾਨਾ ਰਿਹਾ, ਸਪਿਰਿਚੁਅਲਿਟੀ ਦੀ ਗੱਲ ਕਰਨ 'ਚ ਵਰਜਿਤ ਸੀ। ਇਟ ਵਾਜ਼ ਨਾਟ ਪੋਸੀਬਲ। ਤਾਂ ਓਪਨਲੀ ਨਹੀਂ ਕਰਕੇ ਉਹਨੂੰ ਛਿਪਾਇਆ ਗਿਆ ਹੈ ਬੜੇ ਪਿਆਰੇ ਤਰੀਕੇ ਨਾਲ। ਔਰ ਫਾਰਸੀ ਭਾਸ਼ਾ ਵੀ ਬੜੀ ਪਿਆਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮਾ ਲਿਖਿਆ ਹੈ। ਹਜ਼ੂਰ ਜੀਵਨ ਦੇ ਦਰਸ਼ਨ ਕਰਾ ਦਿੰਦੇ ਹਨ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦੇ ਉਹ ਐਸ਼ ਅਰਸ਼। ਔਰੰਗਜ਼ੇਬ ਰਾਜਾ ਹੈ ਦੁਨੀਆ ਦਾ, ਇਸ ਧਰਤੀ ਦਾ ਰਾਜਾ ਹੈ। ਉਸ ਨੂੰ ਲਿਖ ਰਹੇ ਹਨ, ਮੇਰੇ ਕੋਲ ਨਾ ਫੌਜਾਂ ਹਨ, ਨਾ ਕੋਈ ਮਹਿਲ ਰਹਿ ਗਏ, ਪਰ ਮੇਰਾ ਆਨੰਦ ਨਹੀਂ, ਇੱਕ ਮਿੰਟ ਵੀ ਨਹੀਂ ਟਲਿਆ।
ਕਿਧਰੇ ਨਹੀਂ ਗਿਆ ਮੇਰਾ ਆਨੰਦ। ਇਹਨਾਂ ਚੀਜ਼ਾਂ ਤੇ ਆਧਾਰਿਤ ਹੀ ਨਹੀਂ ਹੈ, ਸਾਹਿਬ ਕਹਿ ਰਹੇ ਹਨ। ਨਾ ਕੋਈ ਸਾਜ਼ ਉਹਨੂੰ ਕੰਟਰੋਲ ਕਰਦੇ ਹਨ, ਨਾ ਕੋਈ ਰਾਇਲਟੀ। ਇਹ ਤੇ ਖੁਦਾ ਮੈਨੂੰ ਬਖਸ਼ ਰਿਹਾ ਹੈ, ਇਹ ਉਹਦੀ ਕਿਰਪਾ ਹੈ। ਤੇਰੇ ਕੁਛ ਵੀ ਕਰਨ ਨਾਲ ਕੁਛ ਅੰਤਰ ਨਹੀਂ ਪੈਣਾ ਹੈ। ਇਹ ਗੱਲ ਵਿਚਾਰਨੀ ਵੀ ਬੜੀ ਕਠਿਨ ਹੈ। ਜ਼ਫਰਨਾਮਾ ਲਿਖਦੇ ਹਨ। ਕਿਉਂ ਲਿਖਦੇ ਹਨ? ਮਨ ਜੀਤੇ ਜਗ ਜੀਤ। ਦੁਨੀਆ ਵਿੱਚ ਜਿੱਤਦਾ ਹੀ ਉਹੀ ਹੈ ਜੋ ਮਨ ਨੂੰ ਜਿੱਤਦਾ ਹੈ, ਬਾਕੀ ਤਾਂ ਸਭ ਹਾਰ ਕੇ ਜਾਂਦੇ ਹੈ, ਚਾਹੇ ਉਹ ਰਾਜਾ ਹੈ ਜਾਂ ਰੰਕ ਹੈ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਤੇਰੇ ਨਾਮ ਵਿੱਚ ਰੱਤੇ ਗਏ ਹਨ, ਜਿੱਤ ਕੇ ਤੇ ਉਹੀ ਜਾਂਦੇ ਹਨ, ਬਾਕੀ ਤੇ ਹਾਰ ਗਏ ਹਨ, ਠੱਗੇ ਗਏ ਹਨ ਦੁਨੀਆ ਤੋਂ। ਧੋਖਾ ਹੋ ਰਿਹਾ ਹੈ, ਮਾਇਆ ਇਹਨੂੰ ਕਹਿੰਦੇ ਹਨ। ਤਾਂ ਗੁਰੂ ਕਹਿ ਰਿਹਾ ਹੈ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਆਤਮਾ ਦਾ ਰਸ ਜਿਹਨੇ ਜਾਣਿਆ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਮੈਂ ਆਤਮਾ ਦਾ ਰਸ ਕਿੱਥੋਂ ਲਿਆਵਾਂਗਾ, ਕਿਵੇਂ ਲਿਆਵਾਂਗਾ, ਕਿਵੇਂ ਇਹ ਦਰਵਾਜ਼ਾ ਖੋਲਾਂਗਾ? ਇਹ ਜਿਸ ਨੇ ਖੋਲ੍ਹ ਲਿਆ ਉਹਦਾ ਜੀਵਨ ਕੁਛ ਹੋਰ ਹੈ ਮਹਾਰਾਜ। ਗੁਰੂ ਤਾਂ ਸਿਰਫ ਸਾਨੂੰ ਦੱਸ ਰਹੇ ਹਨ ਕਲੀਅਰਲੀ ਜੀਵਨ ਹੈ ਕੀ, ਪਰ ਮੈਂ ਨਾ ਉਹਨੂੰ ਇੰਪਲੀਮੈਂਟ ਕਰਾਂ ਲਾਈਫ ਵਿੱਚ ਤਾਂ ਉਹ ਫਿਰ ਰੈਪਰਕਸ਼ਨਸ ਮੇਰੇ ਹਨ। ਬਿਬੀ ਗਰਦਿਸ਼ੇ ਬੇਵਫਾਏ ਸਮਾ ਕਿ ਬਰਹਰ ਬਗੁਜ਼ਰ ਮਕੀਨੋ ਮਕਾ। ਪਾਤਸ਼ਾਹ ਦਰਵੇਸ਼। ਦਰਅਸਲ ਜੀਵਨ ਦੀ ਇੱਕ ਡਾਇਮੈਂਸ਼ਨ ਹੈ ਜਿਹੜੀ ਸਾਡੇ ਅੱਖਾਂ ਤੋਂ ਦਿਖਦੀ ਨਹੀਂ ਹੈ। ਉਹ ਨਿਰੰਕਾਰ ਇੱਥੇ ਵਸਦਾ ਹੈ, ਇਹਦੇ ਅੰਦਰ ਹੀ ਵਸ ਰਿਹਾ ਹੈ, ਮੈਨੂੰ ਦਿਖਦਾ ਨਹੀਂ ਹੈ ਔਰ ਇਹਨਾਂ ਅੱਖਾਂ ਨਾਲ ਦਿਖੇਗਾ ਵੀ ਨਹੀਂ। ਉਹਦੇ ਲਈ ਇਕਾਗਰ ਮਨ ਔਰ ਗੁਰਪ੍ਰਸਾਦ, ਇਹ ਦੋ ਚੀਜ਼ਾਂ ਦੀ ਲੋੜ ਹੈ ਔਰ ਇਹ ਗੁਰੂ ਇਸ ਪੌੜੀ ਵਿੱਚ ਸਮਝਾਏਗਾ ਸਾਨੂੰ। ਮੇਰਾ ਮਨ ਤਾਂ ਬੇਕਾਬੂ ਹੈ ਔਰ ਬੇਕਾਬੂ ਹੀ ਰਹੇਗਾ। ਇਹ ਰੋਗੀ ਮਨ ਹੈ। ਇਸ ਨੇ ਜਦ ਤੱਕ ਸ਼ਬਦ ਨਾਲ ਇਹਨੂੰ ਨਹੀਂ ਜੋੜ ਸਕੇ ਟਿਕਾਵਾਂਗੇ, ਇਹ ਨਹੀਂ ਟਿਕੇਗਾ ਔਰ ਬਿਨਾਂ ਟਿਕੇ ਇਹ ਦੇਖ ਨਹੀਂ ਪਾਏਗਾ ਜੀਵਨ ਹੈ ਕੀ। ਇਮੈਜਿਨ ਕਰੀਏ ਕਿ ਸਾਡੇ ਆਲੇ ਦੁਆਲੇ ਨਿਰੰਕਾਰ ਹੈ, ਅੰਤਰ ਬਾਹਰ, ਮੇਰੇ ਅੰਦਰ ਵੀ ਹੈ ਬਾਹਰ ਵੀ ਹੈ। ਯਾਨੀ ਕਿ ਫਿਰ ਅਗਰ ਲਾਈਫ ਨੂੰ ਫਲੈਟਨ ਕਰ ਦਈਏ ਡਾਇਮੈਂਸ਼ਨਸ ਨੂੰ, ਤਾਂ ਇਹਦੇ ਅੰਦਰ ਕੁਝ ਵਸਦਾ ਹੈ ਜੋ ਸਾਨੂੰ ਦਿਖ ਨਹੀਂ ਰਿਹਾ, ਉਹ ਮਹਿਸੂਸ ਹੋਏਗਾ। ਤਾਂ ਗੁਰੂ ਤੇਗ ਬਹਾਦਰ ਬਹੁਤ ਅੱਛੀ ਤਰ੍ਹਾਂ ਸਮਝਾਉਂਦੇ ਹਨ ਕਿ ਗੁਰੂ ਇਹ ਗਿਆਨ ਦੱਸੇਗਾ ਔਰ ਨਾਲ ਕਹਿੰਦੇ ਹਨ ਘੱਟ ਹੀ ਖੋਜੋ ਭਾਈ। ਇਹਨੂੰ ਅੰਤਰ ਮਨ ਵਿੱਚ ਖੋਜਣਾ ਪਏਗਾ, ਇਹਨੂੰ ਬਾਹਰ ਨਹੀਂ ਖੋਜਣਾ ਹੈ। ਨਿਰੰਕਾਰ ਨੂੰ ਮਿਲਣਾ ਹੈ, ਆਨੰਦ ਨੂੰ ਪ੍ਰਾਪਤ ਕਰਨਾ ਹੈ, ਸੁੱਖ ਚਾਹੀਦਾ ਹੈ, ਅੰਤਰ ਜਾਓ। ਸੂਫੀ 11ਵੀਂ ਡਾਇਰੈਕਸ਼ਨ ਕਹਿੰਦੇ ਹਨ ਇਸ ਨੂੰ, 11th ਡਾਇਰੈਕਸ਼ਨ। ਗੁਰੂ ਕਹਿੰਦਾ ਅੰਤਰ ਜਾਣਾ ਹੈ, ਘੱਟ ਹੀ ਖੋਜੋ ਭਾਈ ਔਰ ਗੁਰੂ ਇਸ ਗਿਆਨ ਨੂੰ ਖੋਲੇਗਾ। ਔਰ ਜਦ ਤੱਕ ਇਹ ਮਨ ਦੇ ਸਟਰਕਚਰ ਮੇਰੇ ਤੇ ਰਿਵੀਲ ਨਹੀਂ ਹੋਏਗਾ, ਤਦ ਤੱਕ ਦੁਨੀਆ ਦਾ ਭਰਮ ਨਹੀਂ ਟੁੱਟੇਗਾ। ਦਿਸ ਇਜ਼ ਦੀ ਅਦਰ ਪ੍ਰੋਬਲਮ। ਤਦ ਤੱਕ ਇਹ ਸਾਨੂੰ ਤੰਗ ਕਰਦਾ ਹੀ ਰਹੇਗਾ, ਜਦ ਤੱਕ ਇਹ ਮਨ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ, ਮੈਨੂੰ ਸਹਿਜ ਦਾ ਜੀਵਨ ਨਹੀਂ ਦਿਖਦਾ, ਆਨੰਦ ਵੱਲ ਮੈਂ ਨਹੀਂ ਟੁਰਦਾ। ਉਹ ਕਿਵੇਂ ਹੋਏਗਾ ਮਹਾਰਾਜ? ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਮਨ ਔਰ ਗਿਆਨ ਦਾ ਕੀ ਰਿਲੇਸ਼ਨ ਹੈ। ਗਿਆਨ ਤੋਂ ਕੀ ਭਾਵ ਹੈ? ਅਵੇਅਰਨੈਸ ਆਫ ਦ ਸਟਰਕਚਰ ਆਫ ਲਾਈਫ, ਆਫ ਦ ਕ੍ਰੀਏਸ਼ਨ ਆਫ ਲਾਈਫ, ਆਫ ਦ ਕ੍ਰੀਏਟਰ ਆਫ ਲਾਈਫ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਹਨ। ਅੱਜ ਕੱਲ੍ਹ ਵਰਡਸ ਯੂਜ਼ ਹੁੰਦੇ ਨੇ, ਸੈਲਫ ਐਕਚੁਅਲਾਈਜੇਸ਼ਨ, ਗੋਡ ਰਿਅਲਾਈਜੇਸ਼ਨ। ਇਹ ਤੇ ਵਰਡਸ ਨੇ, ਕਿਸ ਨੇ ਜਾਣਿਆ ਹੈ ਪਤਾ ਨਹੀਂ, ਕਿੰਨਿਆਂ ਨੇ ਜਾਣਿਆ ਹੈ। ਮੈਨੂੰ ਉਸ ਵਿਚਾਰ 'ਚ ਨਹੀਂ ਪੈਣਾ। ਮੈਨੂੰ ਆਪਣੇ ਜੀਵਨ ਨੂੰ ਤਾਂ ਰਾਹ ਪਾਵਾਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਬੜਾ ਪਿਆਰਾ ਆਦੇਸ਼ ਕਰਦੇ ਹਨ। ਕਹਿੰਦੇ ਨੇ ਆਪਣੇ ਆਪ ਨੂੰ ਉਪਦੇਸ਼ ਦੇ, ਬਾਹਰ ਦੀ ਦੁਨੀਆ ਨੂੰ ਉਪਦੇਸ਼ ਨਹੀਂ ਦੇਣਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਸੰਨਿਆਸ ਨੂੰ ਡਿਫਾਈਨ ਕੀਤਾ ਹੈ। ਆਤਮ ਕੋ ਉਪਦੇਸ਼ ਕਹਿੰਦੇ ਹਨ, ਆਪਣੇ ਆਪ ਨੂੰ ਉਪਦੇਸ਼ ਦੇ। ਉਹਦੇ ਵਿੱਚ ਨਾਲ ਡਿਫਾਈਨ ਕਰਦੇ ਹਨ ਗਿਆਨ ਕੀ ਹੈ। ਗਿਆਨ ਗੁਰੂ, ਆਤਮ ਉਪਦੇਸ਼।
किसने ज्ञान देना है महाराज? गुरु है, दरवाजा खोलेगा तो ज्ञान मिलेगा। ज्ञान गुरु आत्म उपदेश, अपनी आत्मा का उपदेश अपने आप नूं ही देना है, अपने आप नूं उपदेश देना है। बड़ा प्यारा शब्द है। त्रैगुण ते अतीत, बियॉन्ड क्वालिटेटिव डिफाइंड पैरामीटर्स ऑफ लाइफ एग्जिस्ट द रियलिटी, तभी आत्म तत्व को दर्शे परम पुरुष कह पावे। आत्मा का तत्व तां दर्शन होएगा तो परम पुरुष कह पावेगा। गुरु नानक साहब, गुरु गोबिंद सिंह साहिब, सच्चे पातशाह, दसम गुरु ग्रंथ साहब ऐसे मार्ग ਵੱਲ ਸਾਨੂੰ ਸਭ ਨੂੰ ਟੋਰਦੇ ਹਨ। ਕਿੰਨੇ ਕੁ ਜਾ ਰਹੇ ਹਾਂ? ਆਤਮ ਉਪਦੇਸ਼। ਅਸੀਂ ਕਥਾ ਵੀ ਉਹੀ ਚੱਕਦੇ ਹਾਂ ਜਿੱਥੇ ਆਪਣੇ ਆਪ ਨੂੰ ਡਿਸਟਰੈਕਟਿਡ ਰੱਖੀਏ। ਜਿਸ ਕਥਾ ਵਿੱਚ ਮਨ ਦੀ ਮਿਹਨਤ ਕਰਨੀ ਹੋਏ ਉਹ ਅਵੋਇਡ ਕਰਦੇ ਹਾਂ, ਕਿਉਂਕਿ ਮਿਹਨਤ ਹੈ। ਹਉਮੈ ਨੂੰ ਤਿਆਗਣਾ ਸੂਰਮਿਆਂ ਦਾ ਕੰਮ ਹੈ। ਬਿਯੋਂਡ ਈਗੋ ਮਾइंड, ਜਾਕੋ ਹਰ ਰੰਗ ਲਾਗੇ ਇਸ ਜਗ ਮਾਹੇ, ਸੋਈ ਕਹੀਅਤ ਹੈ ਸੂਰਾ। ਜਿਸ ਨੂੰ ਹਰੀ ਦਾ ਰੰਗ ਚੜ ਗਿਆ, ਨਾਮ ਆ ਗਿਆ, ਈਗੋ ਗਿਰ ਗਈ, ਉਹੀ ਸੂਰਮਾ ਹੈ। ਆਤਮ ਜਿਨੇ, ਉਸ ਨੂੰ ਆਤਮਾ ਦਾ ਰਸ ਆ ਗਿਆ। ਮਹਾਰਾਜ ਕਹਿੰਦੇ ਹਨ, ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਇੱਕ ਐਗਜ਼ਾਮਪਲ ਦਿੰਦੇ ਹਨ ਘੜੇ ਔਰ ਪਾਣੀ ਦਾ। ਕੁੰਭੇ ਬੱਦਾ ਜਲ ਰਹੇ, ਜਲ ਜਿਹੜਾ ਹੈ ਘੜੇ ਦੇ ਅੰਦਰ ਹੁਣ ਬੰਨਿਆ ਹੋਇਆ ਹੈ, ਕੰਟਰੋਲਡ ਹੈ, ਸਟੇਬਲ ਹੈ। ਜਲ ਬਿਨ ਕੁੰਭ ਨਾ ਹੋਏ, ਬਿਨਾਂ ਉਸ ਜਲ ਦੇ ਘੜਾ ਨਹੀਂ ਹੋਏਗਾ। ਘੜਾ ਔਰ ਪਾਣੀ ਇਹਦਾ ਐਗਜ਼ਾਮਪਲ ਦੇ ਰਹੇ ਹਨ ਸਾਨੂੰ ਕਿ ਗਿਆਨ ਔਰ ਗੁਰੂ, ਇਹਨਾਂ ਦੋਨਾਂ ਦਾ ਰਿਲੇਸ਼ਨਸ਼ਿਪ ਹੈ। ਜਿਵੇਂ ਜਲ ਘੜੇ ਦੇ ਵਿੱਚ ਬੰਨਿਆ ਹੋਇਆ ਹੈ ਔਰ ਉਹ ਸਟੇਬਲ ਹੈ, ਇਸ ਤਰ੍ਹਾਂ ਮਨ ਨੂੰ ਬੰਨ੍ਹਣਾ ਪਏਗਾ। ਇਹ ਫਲੋਇੰਗ ਮਾਈਂਡ ਹੈ, ਥੋਟਲੈਸ, ਥੋਟ ਦੇ ਨਾਲ ਭਰਿਆ ਹੋਇਆ ਹੈ। ਔਰ ਥੋਟਸ ਕਿੱਥੋਂ ਆ ਰਹੀਆਂ ਹਨ? ਮਨ ਦੇ ਅੰਦਰ ਐਕਸਪੀਰੀਐਂਸਿਸ ਹਨ। ਮਨ ਖੜਨਾ ਨਹੀਂ ਜਾਣਦਾ, ਇਕਾਗਰਤਾ ਨਹੀਂ ਜਾਣਦਾ, ਤਾਂ ਉਹ ਥੋਟਸ ਨੂੰ ਹੀ ਪਕੜ ਕੇ ਫਲੋ ਕਰਦਾ ਰਹਿੰਦਾ ਹੈ। ਥੋਟਸ ਦਾ ਸੋਰਸ ਕੌਣ ਹੈ? ਈਗੋ ਹੈ। ਜਿਵੇਂ ਅਸੀਂ ਸਾਈਕਲ ਚਲਾਉਂਦੇ ਸੀ ਬਚਪਨ ਵਿੱਚ, ਜਿਤਨੀ ਦੇਰ ਸਾਈਕਲ ਚੱਲਦੀ ਜਾਏਗੀ, ਪੈਰ ਮੈਂ ਮਾਰਾਂਗਾ ਤਾਂ ਸਾਈਕਲ ਚਲੇਗੀ, ਪੈਰ ਮਾਰਨਾ ਹਟ ਜਾਵਾਂਗਾ ਤਾਂ ਰੁਕ ਜਾਏਗੀ, ਗਿਰ ਜਾਏਗੀ ਸਾਈਕਲ। ਮੈਨੂੰ ਪੈਰ ਦੇਣਾ ਪਏਗਾ ਧਰਤੀ ਨਾਲ ਉਹਨੂੰ ਰੱਖਣ ਵਾਸਤੇ ਖੜਾ। ਇਸ ਤਰ੍ਹਾਂ ਮਨ ਹੈ। ਈਗੋ ਉਹਨੂੰ ਚਾਰਜ ਕਰਦਾ ਹੈ ਮਨ ਨੂੰ। ਇਸ਼ੂਜ਼ ਕ੍ਰੀਏਟ ਹੁੰਦੇ ਹਨ, ਕੁਛ ਵੀ ਬਹਿਸ ਹੁੰਦੀ ਹੈ, ਚੰਗਾ ਜਾਂ ਮਾੜਾ, ਮੈਂ ਉਸ ਮਨ ਨੂੰ ਐਨਰਜਾਈਜ਼ ਕਰਦਾ ਹਾਂ ਈਗੋ ਤੋਂ। ਉਹ ਮੇਰੇ ਦੁੱਖ ਦਾ ਕਾਰਨ ਹੈ। ਗਮ 'ਚ ਬਾਸ਼ਤ ਗਫਲਤ ਤਜ਼ ਯਾਦ ਖੁਦਾ, ਚੀਜ਼ ਸ਼ਾਦੀ ਯਾਦ ਬੇਇੰਤਹਾ। ਗਮ ਦਾ ਕੀ ਕਾਰਨ ਹੈ? ਗਮ 'ਚ ਬਾਸ਼ਤ ਗਫਲਤ ਤਜ਼ ਯਾਦ ਖੁਦਾ, ਖੁਦਾ ਨੂੰ ਭੁੱਲ ਗਿਆ, ਆਪਣੀ ਥੋਟਸ ਦੇ ਨਾਲ ਇਨਵੋਲਵ ਹੋ ਗਿਆ। ਚੀਜ਼ ਸ਼ਾਦੀ ਯਾਦ ਬੇਇੰਤਹਾ, ਸੁੱਖ ਦਾ ਕਾਰਨ ਹੈ ਉਸ ਨੂੰ ਯਾਦ ਕਰ ਲੈਣਾ, ਜੋ ਕ੍ਰੀਏਟਰ ਹੈ ਮੇਰਾ, ਜੋ ਮੇਰੇ ਨਾਲ ਵਸਦਾ ਹੈ। ਘੱਟ ਹੀ ਖੋਜੋ ਪਾਈ। ਗੁਰੂ ਕਹਿ ਰਿਹਾ ਹੈ, ਗਿਆਨ ਕਾ ਬੱਧਾ ਮਨ ਰਹੇ। ਇਸੇ ਤਰ੍ਹਾਂ ਜਿਵੇਂ ਪਾਣੀ ਨੂੰ ਘੜੇ ਨੇ ਰੋਕਿਆ ਹੈ, ਇਸ ਤਰ੍ਹਾਂ ਗਿਆਨ ਮਨ ਨੂੰ ਰੋਕ ਦੇਗਾ। ਅਵੇਅਰਨੈਸ, ਗੁਰ ਬਿਨ ਗਿਆਨ ਨਾ ਹੋਈ। ਬਿਨਾਂ ਗੁਰੂ ਦੇ ਇਹ ਐਕਸਪੀਰੀਅੰਸ ਨਹੀਂ ਖੁੱਲੇਗਾ ਮਹਾਰਾਜ। ਇਹ ਬੜੀ ਕ੍ਰਿਟੀਕਲ ਐਸਪੈਕਟ ਹੈ। ਸਿਰਫ ਥੋਟਸ ਦੇ ਵਿੱਚ ਹੀ ਧਰਮ ਨੂੰ ਨਹੀਂ ਜਾਣਿਆ ਜਾ ਸਕਦਾ। ਗੱਲੀ ਕਿਨੇ ਨਾ ਪਾਇਆ, ਗੱਲਾਂ ਵਿੱਚ ਐਕਸਪੀਰੀਅੰਸ ਨਹੀਂ ਖੁੱਲ੍ਹ ਸਕਦਾ। ਇਹ ਗੁਰੂ ਹੀ ਖੋਲ੍ਹ ਸਕਦਾ ਹੈ। ਇੱਥੇ ਗੁਰੂ ਦਾ ਰੋਲ ਹੈ। ਪਰ ਮੈਂ ਨਾ ਤਾਂ ਆਪਣੇ ਮਨ ਨੂੰ ਅਰਪਣ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਈਗੋ ਬੜੀ ਪਿਆਰੀ ਹੈ। ਦੂਸਰਾ, ਮੈਨੂੰ ਪਤਾ ਵੀ ਨਹੀਂ ਗੁਰੂ ਕੌਣ ਹੈ। ਅਸੀਂ ਫਿਜ਼ੀਕਲ ਗੁਰੂ ਨੂੰ ਹੀ ਗੁਰੂ ਲੱਭਦੇ ਹਾਂ। ਗੁਰੂ ਦੀਆਂ ਡਾਇਮੈਂਸ਼ਨਸ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਅਸੀਂ। ਗੁਰੂ ਦੀ 3 ਡਾਇਮੈਂਸ਼ਨਸ ਹਨ। ਨਿਰੰਕਾਰ ਗੁਰੂ ਹੈ, पूजा काल की, परचा शब्द का गुरु ग्रंथ साहब हाजिर शब्द है, दीदार खालसे के। अज असीं पुछांगे गुरु गोबिंद सिंह साहब नूं किधर मिलन जाइए। महाराज तां गुरु कहंदा है, खालसा मेरो रूप है खास।
ਖਾਲਸੇ में हो करो निवास। मैं तो रस फसदा वां अपने खालसे दे विच। दरअसल एक प्यार दा सौमा पैंदा है तां थोड़ा मन विराग विच आ जाता है। गुरु दी गल ही करनी एक बड़ी दूर दी डायमेंशन है। विराग भी इसे कारण है क्योंकि मैं बड़ा दूर हाँ गुरु तो। गुरु तो एक एक्सपीरियंस है। जब पूरा ध्यान कर लवांगा तो गुरु हाजिर है, पर नहीं होंदा एदा दुख है जीवन विच। ऐसे कारण करके दुख है। असी गुरु नूं कपड़ा समझते हाँ, कुछ सिर ते परना लपेट ले उसनूं गुरु बना लेंदे हाँ, कोई अंग्रेज़ी या कुछ होर 4-6 शब्द जान ले उसनूं गुरु बना लेंदे हाँ, क्योंकि असी लभदे भी अधूरापन हाँ, कंप्लीटनेस नहीं लभ रहे। गुरु नानक ने समझाया है कि बैठ जा भाई शब्द दे नाल, मूल मंत्र लै लै जीवन विच, बह जा मन अपना बहा दे सारा। मेहनत करनी पएगी थोड़ी, मन तैयार करना, घड़िए शब्द सच्ची टकसाल। नज़र आएगी फिर उदी, जिनको नज़र करम तिनकार। फिर सानू यह लभदा नज़र आएगी पहला कि मैं पहला करांगा। करना और आना बराबर ही है महाराज। ना असी करदे हाँ, ऐसे विच ही जीवन बहा दिता सारा। गुरु कह रहा है कि तेरा काल आएगा, यह तैनूं दस रहा मैं, और घड़ी निकलती जा रही है, जीवन निकलता जा रहा है। ਇਹਦੇ बारे जो करना है हुण कर लै। हुण तो सानू दिख ही रहा है, रोज़ ही किसी की खबर आ जाती है। इस कोविड दे विच ते काल बिल्कुल ही प्रगट हो गया है। जीवन बारे ज्ञान हो जाता है, जीवन है कितना फ्रजाइल, असी उन्होंने परमानेंट समझ के जी रहे हाँ। रिलीजन करके डिवाइड करते सोसाइटी, फिर उसनूं माड़ा चंगा कहना एक दूजे नूं, बहसां विच पै के ज्ञान दीयां गल्लां करके दूसरे नूं नीवां दिखाना। आपस विच ज्ञान, अपने आप नूं ज्ञान नहीं है, दूसरे नूं असी दिंदे हां। यही मेरा हाल है। गुरु कह रहा है ज्ञान नाल बनिया जाएगा, अवेयरनेस नाल मन बनिया जाएगा। फिर किधर जाएगा मन? जदों उन्होंने एक दर्शन हो गए निरंकार दे, जदों नाम उहदे मन विच बस गया, प्रेम आ गया, अनकंडीशनल लव, प्रेम की गल चलती है, कंडीशनल लव नहीं है, किसी कंडीशन ते आधारित नहीं है। तो यह कंडीशनस निरंकार दे दर्शन दियां हन। की है? जोत, प्रकाश बिना सोर्स, लाइट विदाउट सोर्स, साउंड विदाउट सोर्स, अनहद नाद, हैप्पीनेस विदाउट रीजन, आनंद। Unconditionally, these are available in my mind, in your mind, in all our minds. The door is within us, not outside. This is the conflict. लभ असी ऐसे नूं रहे हाँ, बाहर लभदे पे हाँ। फिर मन अशांत हो जाता है। दुख और सुख के गेड़े विच फिर मैं कहना राती एक पैग जरूर लोड़ है। मन बड़ा व्याकुल है, क्योंकि मैं डिस्ट्रैक्ट करना चाहता हाँ मन नूं। मन दे दुख नूं मैं जी लवां तो मैनू सच नज़र आ जाएगा, पर मैं उन्होंने जीना नहीं चाहता, अवॉइड करना चाहता। सो आई अवॉइड पेन, एंड अवॉइडिंग पेन means that I am avoiding the ultimate reality of life, death. I want to live through life thinking I'll live forever. That's all we all are doing. सब दी यही हालत है, बस कोई विरला है। गुरु कह रहा है ज्ञान गुरु देगा, गुरुद्वारे लाए भावनी, भावना नाल गुरु कोल जाइए। कोई इंसान विराग च रो पे, भावना है महाराज। एक अरदास मन च उठ रही है, पुकार रहा हाँ। मैनू एक साधु मिलिया, बहुत चिर होया। मैनू कहंदा सी कि कुछ भी होए अंतर दी अरदास ना छड्डी। बहुत वैल्यूबल लेसन है, अंतर दी अरदास ना छड्डी। यू हैव टू कॉल फॉर वॉट यू वॉन्ट। ज्ञान का बद्दा मन रहे, गुरबिन ज्ञान ना होए। मन नू बनना पएगा। वेवरिंग माइंड है, वेवरिंग माइंड नू किवें स्टेबल करना है। थिर कर बैसो हर जन प्यारे। जैन बुद्धिज़म विच वो कुछ भी नहीं करते, कहते बस बैठ जाओ। ज़ाज़ैन जस्ट सिटिंग, कहते बस बह जा, छड़ दे मन नू, त्याग दे मन नू,
ਇਹਨੂੰ ਦੇਖੇਗਾ ਤਾਂ ਗਿਰ ਜਾਏਗਾ ਇਹ, ਕਿਉਂਕਿ ਐਨਰਜੀ ਤਾਂ ਮੈਂ ਹੀ ਦੇ ਰਿਹਾ ਹਾਂ, ਜਿਵੇਂ ਸਾਈਕਲ ਦੀ ਤਰ੍ਹਾਂ। ਜਦ ਮੈਂ ਉਸ 'ਚੋਂ ਕੱਟ ਗਿਆ, ਟੁੱਟ ਗਿਆ, ਤਾਂ ਇਹ ਹਉਮੈ ਵਾਲਾ ਮਨ ਗਿਰ ਗਿਆ। ਫਿਰ ਪ੍ਰਸਾਦ, ਗੁਰਪ੍ਰਸਾਦ ਤਾਂ ਹੀ ਆਏਗਾ ਮਨ ਵਿੱਚ, ਜੀਵਨ ਵਿੱਚ। ਸ਼ਬਦ ਦੇ ਨਾਲ ਅਸੀਂ ਤਾਂ ਹੀ ਇਹਨਾਂ ਉਲਝਦੇ ਹਾਂ। ਅਸੀਂ ਵਿਚਾਰ ਚੁੱਕੇ ਹਾਂ, ਸਿੱਧ ਗੋਸ਼ਟ ਵਿੱਚ 2 ਗੱਲਾਂ ਗੁਰੂ ਨਾਨਕ ਬੜੀ ਕਲੀਅਰਲੀ ਡਿਫਾਈਨ ਕਰ ਚੁੱਕੇ ਹਨ। ਗੁਰੂ ਦਾ ਕੀ ਰੋਲ ਹੈ? ਪੂਰੇ ਗੁਰ ਤੇ ਨਾਮ ਪਾਇਆ ਜਾਏ, ਨਾਮ ਮਿਲਦਾ ਹੈ, ਉਹ ਦਰਵਾਜ਼ਾ ਖੋਲ੍ਹਦਾ ਹੈ ਨਾਮ ਦੇ ਮਨ ਦੀ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਔਰ ਸਾਨੂੰ ਨਵਾਂ ਜੀਵਨ ਮਿਲਦਾ ਹੈ। ਇਹ 2 ਗੱਲਾਂ ਗੁਰੂ ਸਾਨੂੰ ਬਖਸ਼ਦਾ ਹੈ। ਸਪਿਰਿਚੁਅਲ ਲਾਈਫ ਮਿਲਦੀ ਹੈ, ਔਰ ਆਵਾਗਮਨ, ਵੇਵਰਿੰਗ ਮਾਈਂਡ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪ੍ਰੋਵਾਈਡਡ ਆਈ ਐਮ ਵਿਲਿੰਗ ਟੂ ਗਿਵ ਅਪ ਮਾਈ ਈਗੋ ਮਾਈਂਡ। ਜੇ ਮੈਂ ਮਨ ਨੂੰ ਹੀ ਵੇਚਣਾ ਨਹੀਂ ਚਾਹੁੰਦਾ, ਮਨ ਵੇਚੇ ਸਤਿਗੁਰ ਕੇ ਪਾਸ, ਜੇ ਮੈਂ ਨਹੀਂ ਵੇਚਦਾ, ਫਿਰ ਮੈਂ ਈਗੋ ਵਿੱਚ ਹੀ ਬੈਠਾ ਹਾਂ। ਮਨ ਆਪਣੇ ਸੁਚੇਤ, ਮੈਂ ਸੋਚਦਾ ਮੈਨੂੰ ਪਤਾ ਹੈ ਸਭ ਕੁਝ, ਮੈਨੂੰ ਪੂਰਾ ਗਿਆਨ ਹੈ। ਪੌੜੀ ਪੜਿਆ ਹੋਵੇ ਗੁਨੇਗਾਰ, ਤਾਂ ਓਮੀ ਸਾਧ ਨਾ ਮਾਰੀਏ। ਇਹਦੇ ਵਿੱਚ ਕੀ ਡਿਸਕਸ਼ਨ ਹੈ ਕਿ ਅਸੀਂ ਟੂਲਸ ਆਫ ਲਾਈਫ ਜਿਹੜੇ ਹਨ ਉਹਨਾਂ ਦੇ ਵਿੱਚ ਤਾਂ ਬਹਿ ਜਾਂਦੇ ਹਾਂ, ਪੜ੍ਹਦੇ ਹਾਂ, ਗਿਆਨ ਪ੍ਰਾਪਤ ਕਰਦੇ ਹਾਂ, ਬਟ ਸਾਡੀ ਲਾਈਫ ਦੀ ਡਾਇਰੈਕਸ਼ਨ ਕਿੱਧਰ ਜਾ ਰਹੀ ਹੈ ਉਸ 'ਤੇ ਸਾਨੂੰ ਕੰਟਰੋਲ ਨਹੀਂ ਹੈ। ਤਾਂ ਬਾਅਦ ਦਫਾ ਜ਼ਿਆਦਾ ਗਿਆਨ, ਜ਼ਿਆਦਾ ਐਮਪਾਵਰਮੈਂਟ ਆਫ ਐਜੂਕੇਸ਼ਨ ਮਨ ਨੂੰ ਹੋਰ ਗ੍ਰਸਤ ਕਰ ਰਿਹਾ ਹੈ, ਮਨ ਨੂੰ ਹੋਰ ਕੜਕ ਕਰ ਰਿਹਾ ਹੈ, ਗੁਨਾਹ ਵੱਲ ਟੋਰ ਰਿਹਾ ਹੈ। ਕਿਹੜਾ ਗੁਨਾਹ? ਅਗਿਆਨ। ਅਵੇ ਫਰੋਮ ਦ ਰਿਐਲਿਟੀ ਆਫ ਲਾਈਫ, away from the structure of my mind, away from the creator who has created me. These are my basic gunas. ਗੁਨਾਹ ਤੇ ਮੇਰੇ ਇਹ ਨੇ। These are the sins of life. ਬਾਕੀ ਅਸੀਂ sin ਕੁਛ ਹੋਰ ਦੇਖ ਰਹੇ ਹਾਂ। ਜੇ ਮੈਂ ਆਪਣੇ ਆਪ ਨੂੰ ਹੀ ਨਹੀਂ ਜਾਣਿਆ, ਇਸ ਤੋਂ ਵੱਡਾ ਗੁਨਾਹ ਹੋਰ ਕਿਹੜਾ ਹੈ? ਰੋਲ ਦਿੱਤਾ, ਕਿਸੇ ਗੱਲ ਕਰਕੇ ਰੋਲ ਦਿੱਤਾ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੁਣ ਕਿਸ ਰੂਪ ਦੀ ਕੌਡੀ ਨਾਲ ਵੇਚਿਆ, ਇਹਦੇ ਨਾਲ ਕੀ ਮੈਟਰ ਕਰਦਾ ਹੈ? ਮੈਂ ਹੀਰੇ ਨੂੰ ਛੱਡ ਕੇ ਕੌਡੀ ਨਾਲ ਵਸ ਗਿਆ, ਬਸ ਗੱਲ ਖਤਮ ਹੁੰਦੀ ਹੈ ਉੱਥੇ। ਹੀਰਾ ਤਾਂ ਨਹੀਂ ਮਿਲੇਗਾ। ਹੁਣ ਉਹ ਜਨਮ ਨੂੰ ਜਾਣਿਆ ਨਹੀਂ ਹੈ ਕੀ, ਤਾਂ ਆਪਸ਼ਨਸ ਖਤਮ ਹੁੰਦੀ ਜਾਂਦੀਆਂ ਹਨ। ਫਿਰ ਤਾਂ ਗੁਰੂ ਕਹਿ ਰਿਹਾ ਹੈ, ਪੜ੍ਹਿਆ ਹੋਇਆ ਗੁਨੇਗਾਰ, ਗੁਨਾਹ ਤਾਂ ਕੀਤਾ, ਜੀਵਨ ਨੂੰ ਜਾਣਿਆ ਨਹੀਂ। ਪੜ੍ਹ ਭਾਵੇਂ ਬਹੁਤ ਲਿਆ, ਤਾਂ ਓਮੀ ਸਾਧ ਨਾ ਮਾਰੀਏ। ਉਹ ਜਿਹੜਾ ਓਮੀ ਸਾਧ ਹੈ, ਜਿਸ ਨੇ ਮਨ ਨੂੰ ਸਾਧ ਲਿਆ, ਸਿਰਫ ਓਮੀ, ਸਿਰਫ ਓਮ ਸ਼ਬਦ ਜਾਣਦਾ, ਕਹਿੰਦੇ ਓਮੀ। ਜਿਹੜਾ ਐਜੂਕੇਟਡ ਨਹੀਂ ਹੈ, ਸਿੰਪਲ ਹੈ, ਪਰ ਜੀਵਨ ਨੂੰ ਜਾਣ ਲਿਆ, ਮਨ ਨੂੰ ਸਾਧ ਲਿਆ, ਉਸ ਨੂੰ ਨਹੀਂ ਮਾਰੇਗਾ, ਉਸ ਨੂੰ ਨਿਰੰਕਾਰ ਨਹੀਂ ਮਾਰੇਗਾ। ਫਿਰ ਪੜ੍ਹੇ ਹੋਏ ਨੂੰ ਮਾਰ ਦੇਗਾ, ਕਿਉਂਕਿ ਉਸਨੇ ਆਪਣੀ ਡਾਇਰੈਕਸ਼ਨ ਹੀ ਦੂਸਰੀ ਲੈ ਲਈ ਮਨ ਦੀ। ਪੜ੍ਹਿਆ ਹੋਇਆ ਗੁਨੇਗਾਰ, ਗੁਨਾਹ ਕਰ ਗਿਆ, ਜੀਵਨ ਨੂੰ ਜੀਆ। ਮੈਨੂੰ ਕਿਸੇ ਨੇ ਟਿਕਟ ਦਿੱਤਾ, ਕਿਹੜੀ ਫਲਾਈਟ ਲੈ ਲਈ ਜਾਂ ਕਿਸੇ ਕਿਸ਼ਤੀ ਵਿੱਚ ਜਾ ਰਹੇ ਹਾਂ, ਜਾ ਕੇ ਉਧਰ ਲੈ ਕੇ ਆਉਣਾ, ਤਾਂ ਮੈਂ ਘੁੰਮ ਕੇ ਆ ਗਿਆ ਟਿਕਟ ਵਿੱਚ, ਜੋ ਲਿਆਉਣਾ ਸੀ ਲਿਆਇਆ ਨਹੀਂ। ਹੁਣ ਕੀ ਕੀਤਾ ਮੈਂ? ਇਸੇ ਤਰ੍ਹਾਂ ਜੀਵਨ ਹੈ। ਨਿਰੰਕਾਰ ਨੇ ਇੱਕ ਟਿਕਟ ਦਿੱਤਾ ਹੈ ਸੱਤ ਦੇ ਗਿਆਨ ਨੂੰ ਪ੍ਰਾਪਤ ਕਰਨ ਲਈ। ਇਹ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਮਾਨੁਖ ਦੇਹ ਮਿਲੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਚਾਂਸ ਮਿਲਿਆ ਹੈ ਗੋਬਿੰਦ ਨੂੰ ਮਿਲਣ ਦਾ। ਮੈਂ ਨਹੀਂ, ਗੋਬਿੰਦ ਵੱਲ ਮੂੰਹ ਹੀ ਨਹੀਂ ਕਰਦਾ, ਤਾਂ ਉਹਦੇ ਰੈਪਰਕਸ਼ਨਸ ਕਿਹਦੇ ਨੇ? ਉਹ ਗਾਲਿਬ ਦਾ ਇੱਕ ਪੁਰਾਣਾ ਸ਼ੇਰ ਹੈ, ਕਹਿੰਦਾ ਹੈ, ਫਿਰਦੌਸ में दो जग को मिला लें यारब, सैर करने को कुछ जगह और ही सही। ਇਹ ਜਿਹੜਾ ਹੈਵਨ ਹੈ ਮੇਰੇ ਕੋਲ, ਇਹਦੇ 'ਚ ਨਰਕ ਮਿਲਾ ਦਿੰਦਾ ਨਾ ਥੋੜ੍ਹਾ ਜਿਹਾ, ਦੋ ਜਗ ਨੂੰ ਮਿਲਾ ਲੈਂਦਾ, ਤਾਂ ਸੈਰ ਹੀ ਕਰਾਂਗਾ। ਫਿਰ ਈਗੋ ਦਾ ਹੀ ਢੰਡੋਰਾ ਹੈ। ਫਿਰਦੌਸ ਤਾਂ ਸਾਨੂੰ ਬਖਸ਼ਿਆ ਹੋਇਆ ਹੈ, ਬਸ ਗੁਰੂ ਨੂੰ ਮਿਲਣਾ ਹੈ। ਆਨੰਦ ਭਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਮਹਾਰਾਜ, ਅਸੀਂ ਕੀ ਕਰਦੇ ਹਾਂ ਮਹਾਰਾਜ? ਗੁਰੂ ਸਾਨੂੰ ਜੀਵਨ ਬਖਸ਼ੇ, ਪਰ ਅਸੀਂ ਪ੍ਰੇਰਾਂਗੇ, ਮਨ ਨੂੰ ਵੇਚਾਂਗੇ ਤਾਂ ਗੁਰੂ ਬਖਸ਼ਿਸ਼ ਕਰੇਗਾ, ਨਹੀਂ ਤਾਂ ਬਖਸ਼ਿਸ਼ ਕਿੱਥੇ ਹੋਏਗੀ? ਘੜੀਏ ਸ਼ਬਦ ਸੱਚੀ ਟਕਸਾਲ। ਮਹਾਰਾਜ ਆਤਮ ਰਸ ਦੀ ਗੱਲ ਕਰਾ ਰਹੇ ਹਨ, ਅਧਿਆਤਮ ਦੀ ਗੱਲ ਕਰ ਰਹੇ ਹਨ। ਕਹਿ ਰਹੇ ਹਨ, ਜਿਸਨੇ ਪੜ੍ਹਿਆ ਹੋਇਆ,
ਪਰ ਉਹ ਗੁਨਾਹ ਕਰ ਰਿਹਾ ਹੈ, ਜੀਵਨ ਨੂੰ ਤਾਂ ਜਾਣਦਾ ਹੀ ਨਹੀਂ, ਨਾ ਜੀਵਨ ਵੱਲੋਂ ਟੁਰਦਾ ਹੈ। ਤਾਂ ਓਮੀ ਸਾਧ ਨਾ ਮਾਰੀਏ, ਤਾਂ ਸਾਧ ਹੀ ਬਿਹਤਰ ਹੈ। ਜਿਸ ਨੇ ਜੀਵਨ ਨੂੰ ਜਾਣ ਲਿਆ, ਆਪਣੇ ਮਨ ਨੂੰ ਸਾਧ ਲਿਆ, ਮਨ ਨੂੰ ਸਾਧ ਲਿਆ, ਗਿਆਨ ਹੋ ਗਿਆ। ਜਿਹਾ ਕਾਲੇ ਕਾਲਣਾ ਤੇ ਉਹ ਨਾਉ ਪਚਾਰੀਏ। ਜਿਸ ਤਰ੍ਹਾਂ ਦੀ ਅਸੀਂ ਕਾਲਣਾ ਕਾਲਾਂਗੇ, ਜਿਵੇਂ ਦਾ ਅਸੀਂ ਜੀਵਨ ਜੀਵਾਂਗੇ, ਜਿਵੇਂ ਮਨ ਦੇ ਵਿੱਚ ਉਲਝਾਂਗੇ, ਉਸ ਤਰ੍ਹਾਂ ਦਾ ਸਾਡਾ ਨਾਮ ਹੋ ਜਾਏਗਾ, ਉਸ ਤਰ੍ਹਾਂ ਦਾ ਸਾਡਾ ਸਟਰਕਚਰ ਹੋ ਜਾਏਗਾ ਜੀਵਨ ਦਾ। ਦਿਸ ਇਜ਼ ਆਰ ਡੂਇੰਗ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਓ। ਆਪਣੇ ਆਪ ਹੀ ਬੀਜ ਬੋ ਰਹੇ ਹਾਂ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਬਣਦਾ। ਤਾਂ ਗੁਰੂ ਸਮਝਾ ਰਹੇ ਹਨ ਕਿ ਘਾਲਣਾ ਤਾਂ ਅਸੀਂ ਘਾਲਣੀ ਹੈ। ਜੋ ਅਸੀਂ ਘਾਲਾਂਗੇ ਉਸ ਪਾਸੇ ਜੀਵਨ ਟੁਰ ਪਏਗਾ। ਅਸੀਂ ਝੂਠ ਨੂੰ ਕਮਾਵਾਂਗੇ, ਜਾਂ ਜਿਵੇਂ ਪਹਿਲੇ ਸਮਝਾ ਰਹੇ ਸੀ ਗੁਰੂ ਕਿ ਕੂੜ ਦਾ ਲਾਲਚ ਛੱਡ ਦੇ ਭਾਈ। ਮੈਂ ਕੂੜ ਦਾ ਲਾਲਚ ਨਹੀਂ ਛੱਡਾਂਗਾ, ਕੂੜ ਵੱਲ ਚੱਲੇਗਾ ਜੀਵਨ, ਕੂੜ ਹੀ ਮੈਂ ਬਣ ਜਾਵਾਂਗਾ। ਨਾਨਕ, ਗੁਰੂ ਨਾਨਕ ਇਹ ਗੱਲ ਸਮਝਾਉਂਦੇ ਹਨ ਕਿ ਜੀਵਨ ਸਦਾ ਲਈ ਨਹੀਂ ਹੈ। ਇਹ ਧਰਮਸਾਲ ਹੈ, ਧਰਮ ਨੂੰ ਕਮਾਉਣ ਦਾ ਸਮਾਂ ਹੈ। ਜਦੋਂ ਸਮਾਂ ਮੁੱਕ ਜਾਏਗਾ ਫਿਰ ਕੋਈ ਕੰਟਰੋਲ ਨਹੀਂ ਹੈ ਮੇਰਾ, ਫਿਰ ਉਹ ਰਹਿ ਨਹੀਂ ਪਾਏਗਾ। ਕੋਈ ਰਹੇ ਨਾ ਭਰੀਏ ਪਾਈਏ। ਜਦੋਂ ਇਹ ਪਾਇਆ ਭਰ ਗਿਆ, ਜਦੋਂ ਸਵਾਸ ਖਤਮ ਹੋ ਗਏ, ਫਿਰ ਕੋਈ ਨਹੀਂ ਰਹਿ ਪਾਉਂਦਾ, ਫਿਰ ਇਹ ਟ੍ਰੈਜਡੀ ਬਣ ਜਾਂਦਾ ਹੈ। ਪਰ ਜਦੋਂ ਜਿਸ ਨੇ ਜਾਣ ਲਿਆ ਹੈ, ਉਹਦੇ ਲਈ ਟ੍ਰੈਜਡੀ ਨਹੀਂ ਹੈ, ਉਹਦੇ ਲਈ ਸੈਲੀਬ੍ਰੇਸ਼ਨ ਹੈ, ਜੀਵਨ ਵੀ ਔਰ ਜੀਵਨ ਦੇ ਬਿਯੋਂਡ ਵੀ, ਔਰ ਸਦਾ ਲਈ ਹੈ ਮਹਾਰਾਜ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣ ਤਾਂ ਸਹੀ ਪਹਿਲਾਂ। ਦੁੱਖ ਔਰ ਪਾਪ ਦਾ ਨਾਸ ਸੁਣਨ ਤੋਂ ਹੁੰਦਾ ਹੈ, ਮੇਰੇ ਕਰਨ ਤੋਂ ਨਹੀਂ ਹੁੰਦਾ। ਇਹ ਇੱਕ ਅਦਰ ਮੈਲੋਡੀ ਹੈ ਮੇਰੀ, ਕਿ ਮੈਂ ਆਪਣੇ ਰੋਗਾਂ ਨੂੰ ਆਪ ਹੀ ਸੋਚ ਰਿਹਾ ਹਾਂ ਕਿ ਮੈਂ ਸੋਲਵ ਕਰ ਦਿਆਂਗਾ, ਬਟ ਸਬਕੌਨਸ਼ੀਅਸ ਮਾਈਂਡ ਦੇ ਅੰਦਰ ਨਾਮ ਵਸਦਾ ਹੈ। ਉਹਨੂੰ ਦਿੜਾਵਾਂਗਾ ਤੇ ਉਹ ਸਾਰੇ ਸੋਲਿਊਸ਼ਨਸ ਦਾ ਹੱਲ ਉੱਥੇ ਹੈ, ਰੂਟ ਮਾਈਂਡ ਵਿੱਚ। ਜਦੋਂ ਗੁਰੂ ਆਲਿੰਗਨ ਕਰੇਗਾ, ਕੰਠ ਲਾਏ ਅਵਗੁਣ ਸਭ ਮਿਟੈ, ਦਇਆਲ ਪੁਰਖ ਬਖਸ਼ੰਦ। ਸਾਰੇ ਅਵਗੁਣ ਤਾਂ ਮਿਟਣਗੇ। ਮੈਂ ਉਹਨਾਂ ਅਵਗੁਣਾਂ ਦੀ ਗੱਲ ਨਹੀਂ ਕਰ ਰਿਹਾ ਕਿ ਜਿਵੇਂ ਮੈਂ ਗਲਤ ਡਰਾਈਵਿੰਗ ਜਾਣਦਾ ਹਾਂ ਉਹਨੂੰ ਠੀਕ ਕਰ ਰਿਹਾ। ਇਹ ਸਬਜੈਕਟਿਵ ਇਸ਼ੂਜ਼ ਨੇ, ਦੋਜ਼ ਆਰ ਇਨ ਦ ਈਗੋ ਮਾਈਂਡ। ਮੈਂ ਐਬਸੋਲੂਟ ਤੋਂ ਰੈਫਰੈਂਸ ਵਿੱਚ ਕਹਿ ਰਿਹਾ ਹਾਂ ਕਿ ਜੀਵਨ ਦੇ ਰੋਗ ਤਾਂ ਉਸ ਨੂੰ ਮਿਲਣ ਤੇ ਹੀ ਮਿਟਣਗੇ। ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਪਹਿਲੇ ਬਾਬੇ ਪਾਇਆ ਬਖਸ਼ ਦਵਾਰ, ਪਿੱਛੋਂ ਤੇ ਦੇ ਫਿਰ ਕਾਲ ਕਮਾਈ। ਬਖਸ਼ਿਸ਼ ਦਾ ਦਰਵਾਜ਼ਾ ਮਿਲਦਾ ਹੈ ਤਾਂ ਉੱਥੋਂ ਫਿਰ ਕਾਲ ਕਮਾਈ ਸ਼ੁਰੂ ਹੁੰਦੀ ਹੈ। ਪਰ ਮੈਂ ਨਾਮ ਵੱਲ ਜਾਵਾਂਗਾ ਨਹੀਂ ਤਾਂ ਉਹ ਚੱਲੇਗਾ ਨਹੀਂ ਪ੍ਰੋਸੈਸ। ਪੜਿਆ ਹੋਇਆ ਹੋਵੇ ਗੁਨਹਗਾਰ, ਤਾਂ ਓਮੀ ਸਾਧ ਨਾ ਮਾਰੀਏ। ਜਿਹਾ ਕਾਲੇ ਕਾਲਣਾ, ਤੇ ਵੇਹੋ ਨਾਉ ਪਚਾਰੀਏ। ਐਸੀ ਕਲਾ ਨਾ ਖੇਡੀਏ, ਜਿਤ ਦਰਗੇ ਗਿਆ ਹਾਰੀਏ। ਗੁਰੂ ਕਹਿ ਰਿਹਾ ਜੀਵਨ ਵਿੱਚ ਉਹ ਜੀਵਨ ਨਾ ਜੀਣਾ ਕਿ ਹਾਰ ਕੇ ਜਾਣਾ ਪਏ ਇੱਥੋਂ। ਓਪਰਚੁਨਿਟੀ ਲੋਸਟ, ਐਸੀ ਨਹੀਂ ਖੇਡਣੀ। ਉਹ ਖੇਡਣਾ ਜਿਹੜਾ ਜਿੱਤ ਕੇ ਜਾਏ। ਤੇਰੇ ਨਾਏ ਰਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਮਹਾਰਾਜ ਸਾਨੂੰ ਜ਼ਫਰਨਾਮੇ ਦੀ ਗੱਲ ਸੁਣਾ ਰਹੇ ਹਨ, ਜਿੱਤ ਦੀ ਗੱਲ ਦੱਸ ਰਹੇ ਹਨ, ਜਿੱਥੇ ਡਰ ਨਹੀਂ ਹੈ, ਫਿਰ ਜਿੱਥੇ ਦੂਸਰੇ ਨਾਲ ਬੈਰ ਵੀ ਨਹੀਂ ਹੈ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਪੜ੍ਹਿਆ ਹੋਇਆ ਜਾਂ ਓਮੀ ਸਾਧ ਹੈ, ਕੀ ਵਿਚਾਰ ਜੀਵਨ ਵਿੱਚ ਰੱਖੀ ਹੈ, ਕਿਸ ਦਾ ਧਿਆਨ ਕਰਕੇ ਜੀਵਨ ਚੱਲਿਆ ਹੈ ਔਰ ਜੀਆ ਹੈ, ਇਹ ਅੱਗੇ ਵਿਚਾਰਿਆ ਜਾਏਗਾ। ਹੋ ਸਕਦਾ ਪੜ੍ਹ ਕੇ ਵੀ ਗਿਆਨ ਪ੍ਰਾਪਤ ਹੈ, ਹੋ ਸਕਦਾ ਓਮੀ ਹੈ ਪਰ ਵਿਚਾਰ ਨਹੀਂ ਕੀਤਾ। ਗੱਲ ਤੇ ਅਮਲ ਦੀ ਹੈ, ਅਮਲ ਕੀਤਾ ਹੈ ਕਿ ਨਹੀਂ। ਵੇਦ ਕਤੇ ਬਿਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਦਿਲ ਦਾ ਫਿਕਰ ਕਿਵੇਂ ਜਾਏਗਾ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ।
ਇੱਥੇ ਕੋਈ ਹੱਥ ਨਹੀਂ ਫੜਦਾ। ਫਿਰ ਥੋੜ੍ਹਾ ਜਿਹਾ ਮਿਲਣ ਦਾ ਸਮਾਂ ਹੈ। ਦੁਨੀਆ ਦਾ ਜੀਵਨ ਇਹਦੇ 'ਚ ਕਮਾ ਲੈਣਾ ਹੈ। ਮਨ ਨੂੰ ਖੜਾ ਕਰਨਾ, ਸ਼ਬਦ ਨਾਲ ਜੋੜ ਦੇਣਾ, ਰਸਤਾ ਖੁੱਲ੍ਹਦਾ ਹੈ। ਮਹਾਰਾਜ ਕਹਿੰਦੇ ਹਨ, ਮੂੰਹ ਚੱਲੇ ਸੋ ਅੱਗੇ ਮਾਰੀਏ। ਜਿਸ ਨੇ ਆਪਣੇ ਮੂੰਹ ਨੂੰ ਅੱਗੇ ਰੱਖ ਕੇ ਜੀਵਨ ਜੀ ਲਿਆ, ਸੱਤ ਨੂੰ ਨਹੀਂ ਜਾਣਿਆ, ਫਿਰ ਉਹ ਅੱਗੇ ਮਾਰ ਖਾਂਦਾ ਹੈ। ਮੂੰਹ ਚੱਲੇ ਸੋ ਅੱਗੇ ਮਾਰੀਏ, ਵਿੱਚ ਦੁਨੀਆ ਕਾਹੇ ਆਇਆ। ਮਨ ਦੇ ਵਿੱਚ ਬੀਜ ਬੋ ਰਹੇ ਹਨ ਸਾਡੇ, ਸੱਤ ਨੂੰ ਜਾਣਨ ਵੱਲ ਸਾਨੂੰ ਪ੍ਰੇਰਦੇ ਹਨ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਵੀ ਨਹੀਂ ਕਰ ਪਾਉਂਦਾ ਮੈਂ, ਤਾਂ ਉਸ ਜੋਗਾ ਨਹੀਂ ਹਾਂ ਮਹਾਰਾਜ। ਦੋ ਅਥਰੂ ਉਹਦੇ ਧਿਆਨ ਵਿੱਚ ਅਗਰ ਬਹਿ ਜਾਣ, ਉਹੀ ਸਵਾਸ ਚੰਗੇ ਹਨ ਮਹਾਰਾਜ। ਅੱਜ ਗੁਰੂ ਦੀ ਕਿਰਪਾ ਹੈ, ਆਪ ਸਭ ਦਾ ਧੰਨਵਾਦ ਹੈ, ਮਹਾਰਾਜ ਦੀ ਬੜੀ ਅਸੀਸ ਹੈ। ਇਹ ਸ਼ਬਦ ਵਿਚਾਰ ਆਪ ਨਾਲ ਸਾਂਝੇ ਹੁੰਦੇ ਹਨ। ਕੁਝ ਪ੍ਰਤੀਬਿੰਬ ਮਨ ਦੇ ਵਿੱਚ ਸੱਤ ਦਾ ਪੈਂਦਾ ਹੈ। ਮੇਰਾ ਮਨ ਕਾਲਾ ਹੈ, ਨਾਮ ਨਾਲ ਜੁੜ ਕੇ ਕੁਝ ਸੱਚਾ ਹੋਣਾ ਸ਼ੁਰੂ ਹੁੰਦਾ ਹੈ ਮਹਾਰਾਜ। ਗੁਰੂ ਆਪਣੀ ਕਿਰਪਾ ਕਰੇ, ਨਦਰ ਕਰੇ, ਗਲਤੀਆਂ ਮੇਰੀ ਖਿਮਾ ਕਰ ਦੇਣਾ। ਆਪ ਅੱਗੇ ਬੇਨਤੀ ਹੈ, ਇੰਨੀ ਵਿਚਾਰ ਪ੍ਰਵਾਨ ਕਰਨਾ, ਆਪ ਸੁਧਾਰ ਕਰਨਾ, ਜ਼ਰੂਰ ਕਰਨਾ। ਮੈਂ ਤੇ ਅਧੂਰਾ ਗਿਆਨ ਰੱਖਦਾ ਹਾਂ ਮਹਾਰਾਜ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ